ਦਿੱਲੀ ਦੇ ਬਾਰਡਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਗਣਤੰਤਰ ਦਿਵਸ ਦੇ ਮੌਕੇ ਤੇ ਜਿਹੜੀ ਕਿਸਾਨ ਪਰੇਡ ਕੀਤੀ ਗਈ ਹੈ ਉਹਨਾਂ ਵੱਲੋਂ ਵੱਡਾ ਸਵਾਲ ਇਹ ਖੜਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਵੱਲੋਂ ਨਾਂ ਲੈ ਰਹੇ ਦੀਪ ਸਿੱਧੂ ਦੀ ਗੱਲ ਕੀਤੀ ਜਾ ਰਹੀ ਹੈ, ਕੁਝ ਹੋਰ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਵੱਡੇ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਜ਼ਿਸ਼ਾਂ ਦਾ ਸਿਲਸਿਲਾ ਕਾਫੀ ਦੇਰ ਤੋਂ ਚੱਲ ਰਿਹਾ ਸੀ। ਕੱਲ ਇਹ ਕੋਈ ਇਹ ਨਹੀਂ ਕਿ 26 ਜਨਵਰੀ ਨੂੰ ਹੀ ਸਾਜ਼ਿਸ਼ ਹੋਈ ਹੈ। ਇਹ ਲਗਾਤਾਰ ਆਪਾਂ ਪਿਛਲੇ ਕਾਫੀ ਟਾਈਮ ਤੋਂ ਦੇਖਦੇ ਆ ਰਹੇ ਸੀ ਕਿ ਸਾਜ਼ਿਸ਼ਾਂ ਹੋ ਰਹੀਆਂ ਸੀ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ। ਕੇਂਦਰ ਸਰਕਾਰ ਤੇ ਕਿਸਾਨ ਆਗੂ ਜਿਹੜੇ ਹੈ ਉਹ ਸਾਰੇ ਦੋਨੋਂ ਬਰਾਬਰ ਦੇ ਜਿਹੜੇ ਹੈ ਜ਼ਿੰਮੇਦਾਰ ਹੈਗੇ ਆ। ਜਿਹੜੀਆਂ ਪੀਸਫੁਲ ਧਿਰਾਂ ਹੁੰਦੀਆਂ, ਜਿਹੜੇ ਸ਼ਾਂਤੀਪੂਰਵਕ ਧਿਰਾਂ ਹੁੰਦੀਆਂ ਨੇ, ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ, ਉਹਨਾਂ ਨੂੰ ਤਕੜਾ ਕੀਤਾ ਜਾਵੇ। ਪਰ ਇੱਥੇ ਸਰਕਾਰ ਨੇ ਇਸ ਤਰ੍ਹਾਂ ਦੀ ਮੇਰਾ ਖਿਆਲ ਹੈ ਕਿ 11 ਦੌਰ ਦੀ ਗੱਲਬਾਤ ਕੀਤੀ। ਉਹਨਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਸੀ, ਉਹਨਾਂ ਨੂੰ ਮਤਲਬ ਕੀ ਇਹਦਾ ਹੋਰ ਤਕੜਾ ਕਰਨਾ ਚਾਹੀਦਾ ਸੀ। ਸਰਕਾਰ ਨੇ ਕੋਈ ਅਜਿਹਾ ਯਤਨ ਨਹੀਂ ਕੀਤਾ। 11 ਵਾਰੀ ਗੱਲ ਕਰਨ ਦਾ ਕੋਈ ਤੁਕ ਨਹੀਂ ਸੀ ਬਣਦਾ। ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਜ਼ੋਰਦਾਰ ਕੋਸ਼ਿਸ਼ ਹੋ ਰਹੀ ਹੈ ਕਿ ਇਸ ਕਿਸਾਨ ਅੰਦੋਲਨ ਨੂੰ ਸਿੱਖ ਵਰਸਸ ਹਿੰਦੁਸਤਾਨ ਦਾ ਮੁੱਦਾ ਬਣਾਇਆ ਜਾਏ। ਰਕੇਸ਼ ਟਿਕੈਤ ਜਿਹੜਾ ਹੈ बीकेयू ਦਾ ਲੀਡਰ है वो है कह रहा है जी इसके लिए सरकार जिम्मेदार है। अगर ये नौजवान लाल किले की तरफ जा रहे थे तो पुलिस को उनके ऊपर गोली चला देनी चाहिए थी। ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਐਜੀਟੇਸ਼ਨ ਲੰਬਾ ਖਿੱਚਿਆ ਜਾਂਦਾ ਹੈ ਨਾ, ਉਹਦੇ 'ਚ ਫਿਰ ਲੋਕਾਂ 'ਚ ਫਰਸਟ੍ਰੇਸ਼ਨ ਆ ਜਾਂਦੀ ਹੈ। ਫਿਰ ਉਹ ਧਿਰਾਂ ਭਾਰੂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਕਹਿੰਦੇ ਕਿ ਲਿਓ ਜੀ ਆਪਾਂ ਇਹਨਾਂ ਤੋਂ ਲੋਟ ਨਹੀਂ ਆ ਰਿਹਾ ਕੰਮ, ਆਪਾਂ ਮੂਹਰੇ ਚੱਲਦੇ ਹਾਂ, ਆਪਾਂ ਅੱਗੇ ਲੱਗਦੇ ਹਾਂ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਅਸੀਂ ਜਿਲੇ ਮੇਲਾ ਹੋਏਗਾ ਆਪਾਂ ਬੁਲਾ ਲਾਂਗੇ, ਗੱਲਬਾਤ ਜਾਰੀ ਰੱਖਾਂਗੇ। ਲੇਕਿਨ ਗੱਲਬਾਤ ਉੱਥੇ ਹੋਏਗੀ ਜਿੱਥੇ ਟੁੱਟੀ ਸੀ, ਯਾਨੀ ਕਿ 1.5 ਸਾਲ ਤੱਕ ਅਸੀਂ MSP ਜਾਂ ਜਿਹੜੇ ਐਗਰੀ ਲਾਅ ਹੈਗੇ ਆ ਸਸਪੈਂਡ ਕਰਨ ਨੂੰ ਤਿਆਰ ਹੈ। ਉਸ ਤੋਂ ਅੱਗੇ ਕੁਝ ਨਹੀਂ ਹੋਣਾ। ਉਦੋਂ ਬੀਜੇਪੀ ਨੇ ਜਾਂ ਕਹਿ ਲਓ ਵੀ ਕੇਂਦਰ ਸਰਕਾਰ ਨੇ ਜਾਂ ਕੇਂਦਰ ਸਰਕਾਰ ਦੀ ਜਿਹੜੀ ਪੋਲੀਟੀਕਲ ਪਾਰਟੀ ਰਾਜ ਕਰ ਰਹੀ ਆ, ਉਹਨੇ ਉਲਟ ਸਟੈਂਡ ਲੈ ਲਿਆ। ਉਹ ਸਟੈਂਡ ਕੀ ਸੀਗਾ? ਉਹ ਸਟੈਂਡ ਇਹ ਲੈ ਲਿਆ ਕਿ ਉਹਨਾਂ ਨੇ ਆਪਣੇ ਮੰਤਰੀ ਭੇਜਣੇ ਸ਼ੁਰੂ ਕਰਤੇ ਸਟੇਟਾਂ ਵਿੱਚ, ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ। ਹਾਲਾਂਕਿ ਲੋਕ ਮੰਨ ਨਹੀਂ ਸੀ ਰਹੇ। ਤੁਸੀਂ ਇਹ ਦੇਖੋ, ਇਹਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਚਾਹੇ ਉਹ ਅੱਗੇ ਨਹੀਂ ਆ ਰਹੀਆਂ, ਸਭ ਆਪਣਾ ਖੇਲ ਖੇਲ ਰਹੀਆਂ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪਾਰਲੀਮੈਂਟ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਜੁਆਇੰਟ ਸੈਸ਼ਨ ਨੂੰ ਜਦੋਂ ਰਾਸ਼ਟਰਪਤੀ ਸੰਬੋਧਨ ਕਰਨਗੇ ਤਾਂ ਦੇਸ਼ ਦੀਆਂ ਮੁੱਖ ਵਿਰੋਧੀ ਧਿਰਾਂ ਯਾਨੀ 16 ਰਾਜਸੀ ਧਿਰਾਂ ਵੱਲੋਂ ਕੱਲ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਮੁੱਦਾ ਇਹੋ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਵਤੀਰਾ ਅਪਣਾਇਆ ਗਿਆ, ਉਹਨਾਂ ਦੇ ਜਿਹੜੇ ਖੇਤੀ ਬਿੱਲਾਂ ਦੀ ਮੰਗ ਸੀ ਕਿ ਉਹਨਾਂ ਨੂੰ ਰੱਦ ਕੀਤੇ ਜਾਵੇ, ਨਵੇਂ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਗਏ। ਇਹਨਾਂ ਸਾਰੇ ਮਾਮਲਿਆਂ ਦਾ ਵਰਤਾਰਾ ਹੈ। ਦੂਜੇ ਪਾਸੇ ਦਿੱਲੀ ਦੇ ਬਾਰਡਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਬੈਠੀਆਂ ਗਣਤੰਤਰ ਦਿਵਸ ਦੇ ਮੌਕੇ ਤੇ ਜਿਹੜੀ ਕਿਸਾਨ ਪਰੇਡ ਕੀਤੀ ਗਈ ਹੈ ਉਹਨਾਂ ਵੱਲੋਂ ਵੱਡਾ ਸਵਾਲ ਇਹ ਖੜਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਵੱਲੋਂ ਨਾਂ ਲੈ ਰਹੇ ਦੀਪ ਸਿੱਧੂ ਦੀ ਗੱਲ ਕੀਤੀ ਜਾ ਰਹੀ ਹੈ, ਕੁਝ ਹੋਰ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਡੇ ਵੱਡੇ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੇ ਗੱਲ ਸਹੀ ਹੈ ਤਾਂ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਹੈ? ਕਿਸਾਨ ਅੰਦੋਲਨ ਪਿਛਲੇ ਲੰਬੇ ਸਮੇਂ ਤੋਂ ਪੁਰਅਮਨ ਚੱਲ ਰਿਹਾ ਸੀ, ਅਚਾਨਕ ਕੀ ਵਾਪਰ ਗਿਆ ਹੈ? ਕਿਸਾਨ ਜਥੇਬੰਦੀਆਂ ਦੇ ਸਵਾਲ ਵੀ ਉੱਠ ਰਹੇ ਹੈ ਕਿ ਜੇਕਰ ਅਜਿਹੇ ਅਨਸਰ ਨੂੰ ਤੁਸੀਂ ਸਮਝਦੇ ਸੀ ਕਿ ਉੱਥੇ ਬੈਠੇ ਹੈ ਤਾਂ ਉਹਨਾਂ ਬਾਰੇ ਪਹਿਲਾਂ ਹੀ ਕਿਉਂ ਨਹੀਂ ਕੋਈ ਕਾਰਵਾਈ ਕੀਤੀ ਗਈ? ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਸਰਕਾਰ ਵੀ ਆਪਣਾ ਪੱਲਾ ਨਹੀਂ ਝਾੜ ਸਕਦੀ ਕਿਉਂਕਿ 2 ਮਹੀਨੇ ਤੋਂ ਜਿਹੜੇ ਬਾਰਡਰ ਤੇ ਬੈਠੇ ਲੋਕ ਸੀ ਉਹਨਾਂ ਦੀ ਗੱਲ ਤਾਂ ਨਹੀਂ ਸੁਣੀ। ਹੁਣ ਜੇ ਉੱਥੇ ਕੁਝ ਘਟਨਾਵਾਂ ਵਾਪਰੀਆਂ ਤਾਂ 2 ਦਿਨ ਵੀ ਨਹੀਂ ਲੱਗੇ, ਕਿਸਾਨ ਆਗੂਆਂ ਤੇ ਨੋਟਿਸ ਜਾਰੀ ਕੀਤੇ ਜਾ ਰਹੇ ਆ, ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀ ਜਾ ਰਹੀਆਂ। ਇਸ ਤੋਂ ਵੀ ਮਾੜੀ ਗੱਲ ਇਹ ਹੈ ਜਿਹਦੇ ਨਤੀਜੇ ਮਾੜੇ ਨਿਕਲ ਸਕਦੇ ਹੈ ਕਿ ਉਸ ਆਲੇ ਦੁਆਲੇ ਦੇ ਪਿੰਡਾਂ ਨੂੰ ਕਿਹਨੇ ਉਕਸਾਇਆ ਹੈ ਕਿ ਬਾਰਡਰਾਂ ਤੇ ਆ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗੇ ਆ ਕਿਸਾਨਾਂ ਦੇ ਖਿਲਾਫ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਖਿੱਤੇ ਦੇ ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ ਜੀ, ਏਸ ਫਰਾਸ਼ਰ ਜੀ, ਸਰਬਜੀਤ ਧਾਲੀਵਾਲ, ਤਿੰਨੇ ਮਹਿਮਾਨ ਪੈਨਲ ਤੇ ਜੁੜ ਚੁੱਕੇ ਆ। ਤਿੰਨੇ ਮਹਿਮਾਨਾਂ ਨੂੰ ਮੈਂ ਸੀਨੀਅਰ ਜਰਨਲਿਸਟਾਂ ਨੂੰ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਆਏ ਹੈ, ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ ਵੈਲਕਮ ਕਰਦਾ ਹਾਂ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਇੱਕ ਪਾਸੇ ਪਾਰਲੀਮੈਂਟ ਸੈਸ਼ਨ ਦੀ ਗੱਲ ਹੋ ਰਹੀ ਹੈ ਕਿ 16 ਪਾਰਟੀਆਂ ਨੇ, ਪੋਲੀਟੀਕਲ ਪਾਰਟੀਆਂ ਨੇ ਬਾਈਕਾਟ ਦਾ ਫੈਸਲਾ ਲਿਆ। ਦੂਜੇ ਪਾਸੇ
ਐ ਇਸ ਮੌਕੇ ਤੇ ਜਦੋਂ ਜੇ ਇੱਕ ਦਿਨ ਲੰਘਿਆ ਕਿਸਾਨ ਦੀ ਟਰੈਕਟਰ ਪਰੇਡ ਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਡੀ ਸਾਜ਼ਿਸ਼ ਰਚੀ ਗਈ ਸਾਡੇ ਅੰਦੋਲਨ ਨੂੰ ਫੇਲ ਕਰਨ ਦੇ ਲਈ। ਇਸ ਵਰਤਾਰੇ ਨੂੰ ਕੀ ਦੇਖਦੇ ਹੋ? ਕੀ ਸੱਚ ਜਾਂ ਤੱਥ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ? ਹਰਕਮਲ ਜੀ। ਜਗਤਾਰ ਜੀ, ਇਹ ਸਾਜ਼ਿਸ਼ਾਂ ਦਾ ਸਿਲਸਿਲਾ ਕਾਫੀ ਦੇਰ ਤੋਂ ਚੱਲ ਰਿਹਾ ਸੀ। ਕੱਲ ਇਹ ਕੋਈ ਇਹ ਨਹੀਂ ਕਿ 26 ਜਨਵਰੀ ਨੂੰ ਹੀ ਸਾਜ਼ਿਸ਼ ਹੋਈ ਹੈ। ਇਹ ਲਗਾਤਾਰ ਆਪਾਂ ਪਿਛਲੇ ਕਾਫੀ ਟਾਈਮ ਤੋਂ ਦੇਖਦੇ ਆ ਰਹੇ ਸੀ ਕਿ ਸਾਜ਼ਿਸ਼ਾਂ ਹੋ ਰਹੀਆਂ ਸੀ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ, ਇਸ ਅੰਦੋਲਨ ਨੂੰ ਬਦਨਾਮ ਕਰਨ ਲਈ, ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ। ਪਿਛਲੇ ਦਿਨਾਂ 'ਚ ਇੱਕ ਇੰਟਰਵਿਊ ਬੜੀ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ 'ਚ ਭਾਜਪਾ ਦੇ ਇੱਕ ਸਾਬਕਾ ਮੰਤਰੀ ਜਿਹੜੇ ਸਾਡੇ ਰਹੇ ਹੈਗੇ ਨੇ, ਉਹਨਾਂ ਨੇ ਇੱਕ ਇੰਟਰਵਿਊ 'ਚ ਬੜਾ ਕਲੀਅਰ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਜ਼ੋਰਦਾਰ ਕੋਸ਼ਿਸ਼ ਹੋ ਰਹੀ ਹੈ ਕਿ ਇਸ ਕਿਸਾਨ ਅੰਦੋਲਨ ਨੂੰ ਸਿੱਖ ਵਰਸਸ ਹਿੰਦੁਸਤਾਨ ਦਾ ਮੁੱਦਾ ਬਣਾਇਆ ਜਾਏ ਔਰ ਇਹ ਬਣਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾਏ। ਔਰ ਜੋ ਗੱਲ ਨਜ਼ਰ ਆਈ, ਜਿਸ ਢੰਗ ਦੇ ਨਾਲ 26 ਜਨਵਰੀ ਦੇ ਉੱਤੇ ਜੋ ਸਾਜ਼ਿਸ਼ ਸਾਹਮਣੇ ਆਈ ਕਿ ਨਿਸ਼ਾਨ ਸਾਹਿਬ ਜਾ ਕੇ ਉੱਤੇ ਲਹਿਰਾਉਣ ਦੀ ਕੋਸ਼ਿਸ਼ ਕੀਤੀ ਗਈ, ਹਿੰਦੁਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਖੋ ਜੀ ਇਹ ਕਿਹੋ ਜਿਹੀਆਂ ਐਂਟੀ ਨੈਸ਼ਨਲ ਕਾਰਵਾਈਆਂ ਹੋ ਰਹੀਆਂ, ਔਰ ਇਸ ਮੁੱਦੇ ਨੂੰ ਇੱਕ ਸਿੱਖ ਮੁੱਦਾ ਬਣਾ ਕੇ ਸਿੱਖਾਂ ਨਾਲ ਜੋੜ ਕੇ, ਹਾਲਾਂਕਿ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਮੂਵਮੈਂਟ ਹੈਗੀ ਹੈ, ਸਾਰਾ ਹਿੰਦੁਸਤਾਨ ਦਾ ਕਿਸਾਨ ਇਫੈਕਟ ਹੋ ਰਿਹਾ ਹੈ, ਪਰ ਇਹਨਾਂ ਨੂੰ ਇੱਕ ਰੰਗਤ, ਇੱਕ ਮਜ਼ਹਬੀ ਰੰਗਤ ਦੇ ਕੇ ਇਸ ਅੰਦੋਲਨ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਮੈਨੂੰ ਨਜ਼ਰ ਆ ਰਿਹਾ, ਭਾਵੇਂ ਉਹ ਕੋਸ਼ਿਸ਼ ਬਹੁਤ ਕਾਮਯਾਬ ਨਹੀਂ ਹੋਈ, ਜਿਹੜੇ ਲੋਕ ਸੋਚਣ ਵਾਲੇ ਸਮਝਦਾਰ ਲੋਕ ਨੇ ਉਹ ਅੰਡਰਸਟੈਂਡ ਕਰ ਰਹੇ ਨੇ ਕਿ ਇਹ ਸਾਜ਼ਿਸ਼ ਕਿਉਂ ਹੋਈ, ਕਿੱਥੋਂ ਹੋਈ, ਕਰਨ ਵਾਲੇ ਕੌਣ ਸਨ। ਪਰ ਜੋ ਮੈਂ ਮਹਿਸੂਸ ਕਰਨਾ ਕਿ ਜਿਹੜੀ ਮੁੱਖ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਕੀ ਜੋ ਕਿਸਾਨਾਂ ਦਾ ਇਸ ਅੰਦੋਲਨ ਦਾ ਮੁੱਦਾ ਹੈਗਾ ਉਹਦਾ ਕੋਈ ਹੱਲ ਹੋ ਗਿਆ? ਮੇਰੇ ਖਿਆਲ 'ਚ ਕਿਸਾਨ ਅੱਜ ਦੀ ਡੇਟ 'ਚ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਔਰ ਜਦੋਂ ਤੱਕ ਉਹਦਾ ਕੋਈ ਹੱਲ ਨਹੀਂ ਹੁੰਦਾ, ਜੇ ਅਸੀਂ ਇਹ ਸੋਚੀਏ ਕਿ ਕਿਸਾਨ ਘਰ ਜਾ ਕੇ ਆਰਾਮ ਨਾਲ ਬੈਠ ਜਾਣਗੇ ਜਾਂ ਸਰਕਾਰ ਉਹਨਾਂ ਨੂੰ ਜਾਂ ਕੋਈ ਏਜੰਸੀਆਂ ਉਹਨਾਂ ਨੂੰ ਡਰਾ ਕੇ ਭਜਾ ਸਕਦੀਆਂ, ਮੇਰੇ ਖਿਆਲ 'ਚ ਉਹ ਬਹੁਤ ਖਤਰਨਾਕ ਗੱਲ ਹੋਏਗੀ। ਕੈਪਟਨ ਅਮਰਿੰਦਰ ਸਿੰਘ ਸੀਐਮ ਪੰਜਾਬ ਜਿਹੜੀ ਬਾਰ-ਬਾਰ ਗੱਲ ਕਹਿ ਰਹੇ ਨੇ ਕਿ ਇਸ ਗੱਲ ਦਾ ਪੰਜਾਬ ਦੇ ਲਾਅ ਐਂਡ ਆਰਡਰ ਤੇ ਅਸਰ ਪੈਣਾ ਹੈ, ਔਰ ਸਾਰੇ ਸਿਆਣੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜੇ ਤੁਸੀਂ ਇਸ ਪੀਸਫੁਲ ਮੂਵਮੈਂਟ ਨੂੰ, ਕਿਸਾਨ ਮੂਵਮੈਂਟ ਨੂੰ ਜੇ ਦਿੱਲੀ 'ਚੋਂ ਫੇਲ ਕਰਦੇ ਹੋ ਔਰ ਇਹਨਾਂ ਲੋਕਾਂ ਨੂੰ ਮਾਯੂਸ ਕਰਕੇ ਵਾਪਸ ਭੇਜਦੇ ਹੋ, ਉਹਨਾਂ ਦੀਆਂ ਮੰਗਾਂ ਨਹੀਂ ਮੰਨਦੇ, ਇਹ ਕੱਲ ਨੂੰ ਤੁਸੀਂ ਦੇਖਣਾ, ਕੱਲ ਨੂੰ ਇਹ ਨਾਰਥ ਇੰਡੀਆ 'ਚ ਇੱਕ ਨਵਾਂ ਹੋਰ ਅੰਦੋਲਨ ਜਨਮ ਲਏਗਾ ਇੱਥੇ, ਜਿਹੜਾ ਕਿ ਸ਼ਾਇਦ ਜਿਹੜਾ ਜੋ ਪੰਜਾਬ 'ਚ ਪਹਿਲਾਂ ਵਾਪਰਿਆ ਉਹਦੇ ਨਾਲੋਂ ਵੀ ਭਿਆਨਕ ਹੋ ਸਕਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਸਰਕਾਰਾਂ ਨੂੰ ਔਰ ਸਾਡੇ ਜਿਹੜੇ ਯੋਜਨਾਬੰਦੀ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਇਹ ਗੱਲ ਸਾਰੀ ਸਮਝਣੀ ਚਾਹੀਦੀ ਹੈ ਕਿ ਉਹ ਕੀ ਕਰ ਰਹੇ ਨੇ, ਕਿਹਨਾਂ ਲੋਕਾਂ ਦੇ ਨਾਲ ਨਿਪਟ ਰਹੇ ਨੇ, ਔਰ ਇਸ ਮਸਲੇ ਨੂੰ ਪੀਸਫੁਲ ਢੰਗ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਤੁਸੀਂ ਕਿਹਾ ਹੈਗਾ, ਦੇਖੋ ਇਹ ਏਡਾ ਵੱਡਾ ਅੰਦੋਲਨ ਸੀ ਜਿਹਦੇ 'ਚ ਲੱਖਾਂ ਲੋਕ, ਠੀਕ ਹੈ, ਉਹਦੇ 'ਚ ਮਾੜੀ ਮੋਟੀ ਗਲਤੀ ਜੇ ਆਪਾਂ ਕਹੀਏ ਕਿ ਕਿਸਾਨ ਆਗੂ ਉਹਨਾਂ ਦੀ ਲੀਡਰਸ਼ਿਪ ਦੀ ਵੀ ਕੋਈ ਥੋੜੀ ਬਹੁਤੀ ਕਿਤੇ ਕਮਜ਼ੋਰੀ ਰਹਿ ਗਈ ਹੋਣੀ ਹੈ, ਪ੍ਰਬੰਧ ਦੇ ਵਿੱਚ ਉਹ ਨਹੀਂ ਕਰ ਸਕੇ, ਡਿਸਪਲਿਨ ਨਹੀਂ ਆਪਣਾ ਰੱਖ ਸਕੇ, ਕਿਤੇ ਮੇਨਟੇਨ ਨਹੀਂ ਹੋ ਸਕਿਆ। ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਮੁੱਖ ਮੁੱਦਾ ਹੈਗਾ ਕਿ ਕੀ ਕਿਸਾਨ ਆਪਣੀ ਮੰਗ ਛੱਡਣ ਨੂੰ ਤਿਆਰ ਹੈਗੇ ਨੇ, ਕੀ ਕਿਸਾਨ ਆਪਣੇ ਉਸ ਮੁੱਦੇ ਤੋਂ ਪਿੱਛੇ ਹਟਣ ਨੂੰ ਤਿਆਰ ਨੇ? ਉਹ ਬਿਲਕੁਲ ਨਹੀਂ। ਅੱਜ ਵੀ ਜੋ ਰਿਪੋਰਟਸ ਉਥੋਂ ਸਿੰਘੂ ਬਾਰਡਰ ਤੋਂ ਆ ਰਹੀਆਂ ਨੇ, ਜਿਸ ਢੰਗ ਦੇ ਨਾਲ ਕਿਸਾਨ ਉੱਥੇ ਡਟੇ ਹੋਏ ਨੇ, ਬਿਲਕੁਲ ਉਹ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ। ਹਾਲਾਂਕਿ ਸਾਡੇ ਮੀਡੀਆ ਦੇ ਇੱਕ ਸੈਕਸ਼ਨ ਜਿਹੜਾ ਕਿ ਸਰਕਾਰ ਨੂੰ ਵੀ ਸਪੋਰਟ ਕਰਦਾ ਹੈ, ਉਹਨਾਂ ਨੇ ਕਾਫੀ ਇਹ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਦੌੜ ਗਏ, ਲੋਕ ਵਾਪਸ ਜਾ ਰਹੇ ਨੇ, ਉਹ ਬੜੀ ਮਾਯੂਸੀ ਆ ਗਈ, ਹੁਣ ਦਾ ਅੰਦੋਲਨ ਫੇਲ ਹੋ ਰਿਹਾ ਹੈ। ਪਰ ਮੈਨੂੰ ਜੋ ਲੱਗਦਾ ਹੈ ਕਿ ਇਹ ਜਿਹੜਾ ਅੰਦੋਲਨ ਕਿਸਾਨੀ ਦਾ ਅੰਦੋਲਨ ਹੈ, ਇਹ ਸਰਕਾਰ ਨੂੰ ਇਹੋ ਜਿਹੇ ਡਰਾਮੇ ਕਰਨ ਦੀ ਥਾਂ ਤੇ ਉਹਨਾਂ ਦੇ ਨਾਲ ਇੱਕ ਗੱਲਬਾਤ ਦੇ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ, ਔਰ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਉਹਨਾਂ ਦੀ ਰੀਡਰੈਸਲ ਹੋਣੀ ਚਾਹੀਦੀ ਹੈ। ਅਦਰਵਾਈਜ਼ ਇਹ ਨਾ ਪੰਜਾਬ ਸੂਬੇ ਲਈ, ਨਾਰਥ ਇੰਡੀਆ ਲਈ ਚੰਗਾ ਹੋਏਗਾ, ਨਾ ਦੇਸ਼ ਲਈ ਚੰਗਾ ਹੋਏਗਾ।
ਕਿ ਅਸੀਂ ਸਾਰੇ ਪਾਸੇ ਬਦਅਮਨੀ ਪੈਦਾ ਕਰੀਏ। ਓਕੇ, ਥੈਂਕ ਯੂ ਵੈਰੀ ਮਚ। ਪ੍ਰਾਸ਼ ਜੀ, ਇਸੇ ਮੁੱਦੇ ਤੇ ਜਿੱਦਾਂ ਹਰਕਮਲ ਜੀ ਨੇ ਕਿਹਾ, ਇਹ ਠੀਕ ਹੈ ਕਿ ਕਿਸਾਨ ਜਥੇਬੰਦੀਆਂ ਨੇ ਜਦੋਂ ਟਰੈਕਟਰ ਮਾਰਚ ਦਾ ਫੈਸਲਾ ਲਿਆ ਹੋਵੇਗਾ, ਲੱਖਾਂ ਲੋਕ ਜਿਸ ਤਰ੍ਹਾਂ ਉੱਥੇ ਸ਼ਮੂਲੀਅਤ ਹੋਈ, ਉਹਨਾਂ ਤੋਂ ਕਤਾਈਆਂ ਤਾਲਮੇਲ ਦੀ ਘਾਟ ਵੀ ਜਿਹੜੀ ਨਜ਼ਰ ਵੀ ਆਉਂਦੀ ਹੈ ਰਹੀ ਹੋਏਗੀ। ਪਰ ਜਿਹੜੀ ਖੇਡ ਕੇਂਦਰ ਸਰਕਾਰ ਵੱਲੋਂ ਖੇਡੀ ਜਾ ਰਹੀ ਹੈ ਹੁਣ, ਜਾਂ ਆਲੇ ਦੁਆਲੇ ਦੇ ਪਿੰਡ ਉੱਥੇ ਉੱਠ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗੇ ਹੈ, ਇਹ ਗੱਲ ਜਿਹੜੀ ਕਿਸੇ ਖਤਰਨਾਕ ਪਾਸੇ ਵੱਲ ਨੂੰ ਜਾ ਸਕਦੀ ਹੈ। ਕੇਂਦਰ ਸਰਕਾਰ ਨੂੰ ਸਥਿਤੀ ਸੰਭਾਲਣ ਦੀ ਜ਼ਰੂਰਤ ਹੈ, ਕਿਉਂਕਿ ਆਪਾਂ ਪਹਿਲਾਂ ਵੀ ਪੰਜਾਬ ਬੜਾ ਭੁਗਤੀ ਰਿਹਾ ਇਹਨਾਂ ਘਟਨਾਵਾਂ ਦੀਆਂ। ਕੋਈ ਨਹੀਂ ਚਾਹੁੰਦਾ ਕਿ ਮੁੜ ਕੇ ਇਹੋ ਜਿਹਾ ਮਾਹੌਲ ਜਾਂ ਇਸ ਤਰੀਕੇ ਨਾਲ ਅੱਛਾ ਹੋਵੇ। ਸਾਰੇ ਚਾਹੁੰਦੇ ਆ ਕਿ ਸਦਭਾਵਨਾ ਤੇ ਸ਼ਾਂਤੀ ਨਾਲ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਜੀ ਪ੍ਰਾਸ਼ੀ ਜੀ, ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਜਿਹੜੀ ਟਰੈਕਟਰ ਪਰੇਡ ਤੋਂ ਲੈ ਕੇ ਹੁਣ ਪੈਦਾ ਹੋਈ ਹੈ? ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਇੱਕ ਪੀਸਫੁਲ ਜਿਹੜਾ ਅੰਦੋਲਨ ਚੱਲ ਰਿਹਾ ਸੀ, ਉਹਨੂੰ ਪੀਸਫੁਲ ਢੰਗ ਨਾਲ ਹੀ ਖਤਮ ਹੋਣਾ ਚਾਹੀਦਾ ਹੈ ਔਰ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਹੈ ਉਹ ਮੰਗੀਆਂ ਜਾਣੀਆਂ ਚਾਹੀਦੀਆਂ। ਲੇਕਿਨ ਇਹਦੇ ਨਾਲ ਹੀ ਜਿਹੜੀ 26 ਜਨਵਰੀ ਨੂੰ ਜਿਹੜਾ ਘਟਨਾਕ੍ਰਮ ਹੋਇਆ ਹੈ, ਉਹ ਮੈਂ ਸਮਝਦਾ ਹੈ ਕਿ ਨਿਹਾਇਤ ਹੀ ਸ਼ਰਮਨਾਕ ਔਰ ਬਹੁਤ ਹੀ ਗਲਤ ਹੋਇਆ ਹੈ, ਜਿਹਦੀਆਂ ਕਿ ਹਰ ਪੋਲੀਟੀਕਲ ਪਾਰਟੀ ਨੇ ਇਹਦੀ ਕੰਡੈਮਨੇਸ਼ਨ ਕੀਤੀ ਹੈ। ਇੱਥੋਂ ਤੱਕ ਕਿ ਕਿਸਾਨ ਜਿਹੜੇ ਲੀਡਰ ਜਿਹੜੇ ਖੁਦ ਹੈ, ਜਿਨ੍ਹਾਂ ਨੇ ਕਿ ਸਾਰਾ ਮੂਵਮੈਂਟ ਦਾ ਸੰਚਾਲਨ ਕੀਤਾ ਹੈ, ਉਹਨਾਂ ਨੇ ਖੁਦ ਹੀ ਇਹਦੀ ਅਪੋਲੋਜਾਈਜ਼ ਵੀ ਕੀਤਾ ਹੈ ਔਰ ਇਹਨੂੰ ਗਲਤ ਕੀਤਾ ਔਰ ਇਹਨੂੰ ਕੰਡੈਮ ਕੀਤਾ ਹੈ। ਤੀਜੀ ਗੱਲ ਇਹ ਹੈ ਕਿ ਇਸ ਘਟਨਾਕ੍ਰਮ ਦਾ ਜ਼ਿੰਮੇਦਾਰ ਕੌਣ ਹੈ। ਮੈਂ ਸਮਝਦਾ ਹਾਂ ਕਿ ਇਸ ਘਟਨਾਕ੍ਰਮ ਲਈ ਕੇਂਦਰ ਸਰਕਾਰ ਤੇ ਕਿਸਾਨ ਆਗੂ ਜਿਹੜੇ ਹੈ ਉਹ ਸਾਰੇ ਦੋਨੋਂ ਬਰਾਬਰ ਦੇ ਜਿਹੜੇ ਹੈ ਜ਼ਿੰਮੇਦਾਰ ਹੈਗੇ ਹੈ। ਸਰਕਾਰ ਇਸ ਕਰਕੇ ਕਿ ਉਹਨਾਂ ਨੇ ਇੰਨੇ ਲੰਬੇ ਅੰਦੋਲਨ ਦੇ ਜ਼ਰੀਏ ਚੱਕੀਆਂ ਗਈਆਂ ਮੰਗਾਂ ਦੇ ਉੱਤੇ ਢੰਗ ਨਾਲ ਵਿਚਾਰ ਨਹੀਂ ਕੀਤਾ। ਵਿਚਾਰ ਕੀਤਾ ਤੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਲਟਕਾਇਆ ਜਾਏ ਤਾਂ ਕਿ ਕਿਸਾਨ ਥੱਕ ਕੇ ਟੁੱਟ ਕੇ ਘਰ ਨੂੰ ਤੁਰ ਜਾਣ। ਉਹ ਗੱਲ ਨਹੀਂ ਹੋਈ। ਔਰ ਦੂਜੇ ਪਾਸੇ ਕਿਸਾਨਾਂ ਦਾ ਇਹ ਹੈ ਕਿ ਉਹਨਾਂ ਨੇ ਆਪਣੀ ਜਿੰਨੀ ਉਹਨਾਂ ਦੀ ਕੰਟਰੋਲਿੰਗ ਸ਼ਕਤੀ ਸੀ, ਜਿੰਨੀ ਉਹਨਾਂ ਦੀ ਫੋਲੋਇੰਗ ਸੀ, ਉਸ ਤੋਂ ਵੱਧ ਚੜ੍ਹ ਕੇ ਅੱਗੇ ਚੱਲ ਕੇ ਜਿਹੜਾ ਹੈ ਆਪਣੀਆਂ ਮੰਗਾਂ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ। ਪਹਿਲੇ ਸ਼ੁਰੂ ਕੀਤਾ ਜੀ ਕਿ ਇਹ ਸਾਨੂੰ MSP ਦਾ ਗਰੰਟੀ ਕਰੋ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹਨੂੰ ਜਿਹੜਾ ਹੈ ਇਹ 3-4 ਸਾਲ ਲਈ ਜਿਹੜਾ ਸਸਪੈਂਡ ਕਰ ਦਿਓ। ਫਿਰ ਜਿਸਲੇ ਉਸ ਤੋਂ ਬਾਅਦ ਕਹਿਤਾ ਕਿ ਨਹੀਂ ਜੀ ਅਸੀਂ ਤਾਂ ਹੁਣ ਤਿੰਨੋਂ ਐਗਰੀ ਲਾ ਜਿਹੜੇ ਆ ਸਸਪੈਂਡ ਇਹ ਰੱਦ ਕਰਾ ਕੇ ਜਾਵਾਂਗੇ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਵਿੱਚ ਵੀ ਜਿਹੜੀ ਇੰਕਰੀਮੈਂਟਲ ਜਿਹੜੀ ਹੈ ਮੰਗ ਦੇ ਵਿੱਚ ਵਾਧਾ ਹੈ। ਹੁਣ ਚੌਥੀ ਗੱਲ ਇਹ ਹੈ ਕਿ ਜਿਹੜਾ ਐਲੀਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਔਰ ਨਾਂ ਨਹੀਂ ਲੈ ਰਹੇ, ਚਾਹੇ ਉਹ ਜੋ ਸਿੱਧੂ ਹੈਗਾ ਫਿਲਮ ਐਕਟਰ ਉਹ ਹੋਏ, ਚਾਹੇ ਉਹ ਸਨੀ ਦਿਓਲ ਦਾ ਇਲੈਕਸ਼ਨ ਏਜੰਟ ਸੀ, ਚਾਹੇ ਇੱਕ ਹੋਰ ਜਿਹੜਾ ਗੈਂਗਸਟਰ ਕੰਮ ਜਿਹੜਾ ਹੈ ਉਹ ਵੀ ਇਹਦੇ ਵਿੱਚ ਆਇਆ। ਉਹ ਬੰਦੇ ਜਿਹੜੇ ਹੈ ਕਿਸਾਨਾਂ ਦੇ ਜਥੇਬੰਦੀਆਂ ਦੇ ਸਿੰਘੂ ਬਾਰਡਰ ਦੇ ਉੱਤੇ ਉੱਥੇ ਆ ਕੇ ਬੈਠੇ ਰਹੇ, 1 ਮਹੀਨੇ 1.5 ਮਹੀਨੇ ਦੇ ਬੈਠੇ ਰਹੇ, ਆਪਣੀਆਂ ਮੀਟਿੰਗਾਂ ਕਰਦੀਆਂ ਰਹੇ। ਕਿਸਾਨਾਂ ਜਥੇਬੰਦੀਆਂ ਜਿਹੜੀਆਂ ਹੁਣ ਕਹਿ ਰਹੇ ਜੀ ਉਹ ਤਾਂ ਫਾਲਤੂ ਦੇ ਬੰਦੇ, ਸਾਡਾ ਕੋਈ ਤਲਕ ਨਹੀਂ, ਇਹਨਾਂ ਨੇ ਉਸ ਵੇਲੇ ਉਹਨਾਂ ਨੂੰ ਕਿਉਂ ਨਹੀਂ ਭਜਾਇਆ, ਉਸ ਵੇਲੇ ਉਹਨਾਂ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ? ਇਹ ਸਾਰੇ ਹਿੰਦੁਸਤਾਨ ਦਾ ਜਿਹੜਾ ਸਾਰੀ ਦੁਨੀਆ ਵਿੱਚ, ਮੇਰੀ ਬੇਨਤੀ ਸੁਣ ਲਓ, ਮੇਰੀ ਗੱਲ ਪੂਰੀ ਹੋਣ ਦਿਓ, ਕਿ ਸਾਰਾ ਇਹ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਾਂ ਜਿਹੜਾ ਹੈ ਉਹ ਡੁੱਬਿਆ ਹੈ ਔਰ ਰਿਪਬਲਿਕ ਡੇ ਦੇ ਉੱਤੇ ਕਾਲਾ ਧੱਬਾ ਲੱਭਾ ਹੈ। ਉਹਦੇ ਲਈ ਕੌਣ ਜ਼ਿੰਮੇਦਾਰ ਹੈ? ਤੀਜੀ ਗੱਲ ਹੈ ਕਿ ਮੈਂ ਪਰਸਨਲ ਤੌਰ ਤੇ ਸਮਝਦਾ ਹਾਂ ਕਿ ਅਗਰ ਇਹ ਜਿਹੜਾ ਨੌਜਵਾਨਾਂ ਨੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਦਾ ਝੰਡਾ ਚੜਾਤਾ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਨਿਸ਼ਾਨ ਸਾਹਿਬ ਦਾ ਹਰ ਹਿੰਦੁਸਤਾਨੀ, ਖਾਸ ਤੌਰ ਤੇ ਹਰ ਪੰਜਾਬੀ ਇੱਜ਼ਤ ਕਰਦਾ ਹੈ ਔਰ ਮਾਣ ਕਰਦਾ ਹੈ। ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਦੇ ਉੱਥੇ ਹਿੰਸਾ ਹੋਈ ਹੈ, ਜਿਸ ਤਰ੍ਹਾਂ ਦੀ ਇਹਨਾਂ ਨੇ ਆਪਣਾ ਅਲੱਗ ਪ੍ਰੋਗਰਾਮ ਬਣਾ ਕੇ ਅਲੱਗ ਉੱਥੇ ਜਾ ਕੇ, ਹੁਣ ਉੱਥੇ ਮੈਂ ਕੱਲ ਪੜ੍ਹ ਰਹੀ ਸੁਣ ਕੇ ਹੈਰਾਨ ਹੋ ਗਿਆ ਇੱਕ ਪੜ੍ਹ ਕੇ, ਰਕੇਸ਼ ਟਿਕੈਤ ਜਿਹੜਾ ਹੈ BKU ਦਾ ਲੀਡਰ है वो है कह रहा है जी इसके लिए सरकार जिम्मेदार है। अगर ये नौजवान लाल किले की तरफ जा रहे थे तो पुलिस को उनके ऊपर गोली चला देनी चाहिए थी। ਇਹ ਉਹਦਾ ਬਿਆਨ ਛਪਿਆ ਹੈ ਅਖਬਾਰਾਂ 'ਚ। ਗੋਲੀ ਚਲਾ ਦਿੰਦੇ। ਤੁਸੀਂ ਇਹ ਦੇਖੋ ਕਿ ਜਿੱਥੇ ਲੱਖਾਂ ਹਜ਼ਾਰਾਂ ਬੰਦੇ ਖੜੇ ਹੈ, ਗੋਲੀ ਚੱਲ ਜਾਂਦੀ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਸਿਚੁਏਸ਼ਨ ਡਿਵੈਲਪ ਹੋਣੀ ਸੀ, ਕਿਸ ਤਰ੍ਹਾਂ ਦਾ ਰਿਐਕਸ਼ਨ ਜਾਣਾ ਸੀ, ਕਿਸ ਤਰ੍ਹਾਂ ਦਾ ਉਹਦਾ ਅੱਗੇ ਫਿਰ ਅੱਗ ਕਿਵੇਂ ਫੈਲਣੀ ਸੀ ਦਿੱਲੀ 'ਚ ਵੀ, ਪੰਜਾਬ 'ਚ ਵੀ, ਉਹ ਦੇਸ਼ ਦੇ ਦੂਜੇ ਹਲਕਿਆਂ ਦੇ ਵਿੱਚ। ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਜਿੰਨੀ ਉਹਨਾਂ ਦੀ ਤਾਕਤ ਹੈ, ਜਿੰਨੀ ਉਹਨਾਂ ਦੀ ਫੋਲੋਇੰਗ ਹੈ, ਉਸ ਤੋਂ ਅੱਗੇ ਵੱਧ ਕੇ ਉਹ ਚੱਲ ਰਹੇ ਸੀ। ਉਹਦਾ ਜਿਹੜਾ ਇਹ ਹੋਇਆ ਕਿ ਅਚਾਨਕ ਜਿਹੜਾ ਹੈ ਇਹ ਇੱਕ ਛੋਟੀ ਜਿਹੀ ਘਟਨਾ ਨਹੀਂ, ਇਹ ਜਿਹੜਾ ਸਾਰਾ ਕੰਮ ਜਿਹੜਾ ਖਰਾਬ ਕਰਤਾ ਹੈ। ਔਰ ਪਿਛਲੇ ਕਈ ਮਹੀਨਿਆਂ ਚੱਲੇ ਜਾ ਰਹੇ ਅੰਦੋਲਨ ਹੈ ਉਹਦੇ ਉੱਤੇ ਇਹੋ ਜਿਹਾ ਇਹਨਾਂ ਨਿਸ਼ਾਨ ਲਾਤਾ ਕਿ ਹੁਣ ਸਰਕਾਰ ਜਿਹੜੀ ਹਾਵੀ ਹੋ ਰਹੀ ਹੈ। ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਜੀ ਅਸੀਂ ਜਿੱਲੇ ਮੇਲਾ ਹੋਏਗਾ ਆਪਾਂ ਬੁਲਾ ਲਾਂਗੇ, ਗੱਲਬਾਤ ਜਾਰੀ ਰੱਖਾਂਗੇ, ਲੇਕਿਨ ਗੱਲਬਾਤ ਉੱਥੇ ਹੋਏਗੀ ਜਿੱਥੇ ਟੁੱਟੀ ਸੀ,
ਯਾਨੀ ਕਿ 1.5 ਸਾਲ ਤੱਕ ਅਸੀਂ MSP ਜਾਂ ਜਿਹੜੇ ਐਗਰੀ ਲਾਅ ਹੈਗੇ ਆ ਸਸਪੈਂਡ ਕਰਨ ਨੂੰ ਤਿਆਰ ਹੈ। ਉਸ ਤੋਂ ਅੱਗੇ ਕੁਝ ਨਹੀਂ ਹੋਣਾ। ਇਹ ਹੁਣ ਅੱਗੇ ਆਣਾ ਹੈ ਕਿ ਨਹੀਂ ਆਣਾ, ਇਹ ਹੁਣ ਕਿਸਾਨ ਜਥੇਬੰਦੀਆਂ ਦੇ ਤੇ ਉਹਨਾਂ ਲੀਡਰ ਦਾ ਫੈਸਲਾ ਹੈ। ਜੀ ਪ੍ਰੈਸ ਜੀ, ਮੈਂ ਧਾਲੀਵਾਲ ਸਾਹਿਬ ਵੱਲ ਸਵਾਲ ਲੈਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਕੋਲੋਂ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਦੀਪ ਸਿੱਧੂ ਦੀ ਆਪਾਂ ਗੱਲ ਕਰਦੇ ਹਾਂ, ਜੋ ਹੋਰ ਇਦਾਂ ਦਾ ਐਲੀਮੈਂਟ ਆਪਾਂ ਜਾਣਦੇ ਹਾਂ, ਜਿਹੜਾ ਪੰਜਾਬ ਦਾ ਬਾਰਡਰ ਸੀਗਾ ਸ਼ੰਭੂ ਬਾਰਡਰ, ਉੱਥੇ ਵੀ ਇਹ ਮਜਮੇਬਾਜ਼ੀ ਲਾਈ ਰੱਖੀ। ਨਾ ਤਾਂ ਕੈਪਟਨ ਅਮਰਿੰਦਰ ਨੇ ਨਾ ਕੇਂਦਰ ਸਰਕਾਰ ਨੇ ਬਾਰ-ਬਾਰ ਇਹ ਕਹਿੰਦੇ ਰਹੇ ਕਿ ਜੀ ਏਜੰਸੀਆਂ ਘੁਸਪੈਠ ਕਰ ਗਈਆਂ ਜਾਂ ਬਾਹਰਲੇ ਜਿਹੜੇ ਇਦਾਂ ਦਾ ਐਲੀਮੈਂਟ ਘੁਸਪੈਠ ਕਰ ਗਿਆ। ਕੇਂਦਰ ਸਰਕਾਰ ਨੂੰ ਵੀ ਇਹ ਠੀਕ ਹੈ ਕਿ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਹੈ, ਉਹਨਾਂ ਦੇ ਮੁੱਦੇ ਤੇ ਵੀ ਤੁਸੀਂ ਗੱਲ ਕੀਤੀ ਹੈ, ਪਰ ਕਿਧਰੇ ਨਾ ਕਿਧਰੇ ਇਹ ਜ਼ਿੰਮੇਵਾਰੀ ਇਹਨਾਂ ਦੀ ਵੀ ਬਣਦੀ ਸੀ ਕਿ ਉਹਨਾਂ ਨੇ ਕਿਉਂ ਨਹੀਂ ਆਇਡੈਂਟੀਫਾਈ ਕੀਤਾ ਜਦੋਂ ਇੰਨਾ ਵੱਡੀ ਪੱਧਰ ਦੇ ਇੱਕ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਮਿਸ਼ਨਰ ਦਿੱਲੀ ਇਹ ਕਹਿ ਰਿਹਾ ਹੈ ਕਿ ਇਦਾਂ ਦੇ ਐਲੀਮੈਂਟ ਸਾਡੇ ਕੋਲ ਜਾਣਕਾਰੀ ਹੈ, ਪਤਾ ਹੈ। ਜੇ ਪਤਾ ਸੀ ਤਾਂ ਉਸ ਐਲੀਮੈਂਟ ਨੇ ਰਾਤ ਨੂੰ ਹੁੜਦੰਗ ਮਚਾਇਆ ਕਿ ਪੁਲਿਸ ਨੇ ਆ ਕੇ ਉੱਤੇ ਇਨਕੁਆਇਰੀ ਕਰੀ। ਕਿਤੇ ਨਾ ਕਿਤੇ ਪੁਲਿਸ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੇ ਮੁੱਦੇ ਤੇ, ਕੀ ਕਹੋਗੇ? ਇਹ 'ਚ ਕੋਈ ਸ਼ੱਕ ਨਹੀਂ, ਬਿਲਕੁਲ ਕੋਈ ਸ਼ੱਕ ਨਹੀਂ। ਇਹ 'ਚ ਲਾਅ ਐਨਫੋਰਸਮੈਂਟ ਏਜੰਸੀਆਂ ਵੀ ਫੇਲ ਹੋਈਆਂ, ਇਹਦੇ ਵਿੱਚ ਸਰਕਾਰ ਵੀ ਫੇਲ ਹੋਈ ਹੈ, ਕਿਸਾਨ ਲੀਡਰਸ਼ਿਪ ਵੀ ਫੇਲ ਹੋਈ ਹੈ। ਔਰ ਇਹੀ ਲੋਕ ਅਗਰ ਪੰਜਾਬ ਦੇ ਬਾਰਡਰ ਉੱਤੇ ਕਰਦੇ ਰਹੇ, ਤੁਸੀਂ ਇਹ ਦੇਖੋ ਇਹਦੇ ਵਿੱਚ ਸਾਰੀ ਸਿਆਸੀ ਪਾਰਟੀਆਂ ਚਾਹੇ ਉਹ ਅੱਗੇ ਨਹੀਂ ਆ ਰਹੀਆਂ, ਸਭ ਆਪਣਾ ਆਪਣਾ ਖੇਲ ਖੇਲ ਰਹੀਆਂ। ਔਰ ਇਹ ਪੰਜਾਬ ਦੇ ਵਿੱਚ ਅਗਰ ਇਹਨੇ ਗੜਬੜ ਕਰ ਰਹੇ ਸੀ ਕਿ ਇੱਥੇ ਦੀ ਜਿਹੜੀ ਕਾਂਗਰਸ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ, ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਤੇ ਨੱਥ ਪਾਈ ਜਾਵੇ। ਅਗਰ ਹਰਿਆਣੇ ਦੇ ਵਿੱਚ ਸਿੰਘੂ ਬਾਰਡਰ ਤੇ ਬੈਠੇ ਸੀ ਤਾਂ ਉੱਥੇ BJP ਸਰਕਾਰ ਜਿਹੜੀ ਹੈ ਇਹ ਖੱਟਰ ਦੀ, ਉਹਨੂੰ ਚਾਹੀਦਾ ਸੀ ਇਹਨਾਂ ਨੂੰ ਕੰਟਰੋਲ ਕਰੇ। ਔਰ ਸਭ ਤੋਂ ਵੱਡੀ ਗੱਲ, ਜਿਹੜੇ ਕਿਸਾਨ ਬਣ ਕੇ ਆਪਣਾ ਉਹਦਾ ਪਹਿਰਾਵਾ ਪਾ ਕੇ, ਮੈਂ ਵੀਡੀਓ ਦੇਖੇ ਹੈ ਜਿਹਦੇ ਵਿੱਚ ਇਹ ਜਿਹੜੇ ਬੰਦੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਜਿਹਨਾਂ ਨੂੰ ਆਪਾਂ ਹੁਣ ਕਹਿ ਰਹੇ ਹਾਂ, ਉਹਨਾਂ ਨੇ ਗਲਿਆਂ ਦੇ ਵਿੱਚ ਉਹ ਪਿੱਠ ਦੇ ਉੱਤੇ ਨਾ ਜੈਕਟ ਜੀ ਪਾ ਕੇ ਉੱਤੇ ਲਿਖਿਆ ਹੈ ਕਿਸਾਨ। ਮਤਲਬ ਜਦੋਂ ਮਰਜ਼ੀ ਤੁਸੀਂ ਪਾਲੋ ਤਾਂ ਕਿਸਾਨ ਬਣ ਜਾਓ, ਜਦੋਂ ਮਰਜ਼ੀ ਤੁਸੀਂ ਉਤਾਰ ਜਾਓ ਤਾਂ ਕਹਿ ਦਿਓ ਜੀ ਹਮ ਤਾਂ ਰੜ ਦੇ ਤਲੇ ਕੀ ਕੋਈ ਨਹੀਂ ਹੈ। ਇਹੋ ਜਿਹੇ ਇਹਨਾਂ ਨੇ ਜੈਕਟਾਂ ਪਾ ਕੇ ਉੱਥੇ ਇਹ ਕਾਰਨਾਮੇ ਕੀਤੇ ਹੈ। ਇਹਦੇ ਨਾਲ ਕਿਸਾਨਾਂ ਦੇ ਜਥੇਬੰਦੀਆਂ ਦੀ ਇਹ ਜਿਹੜੀ ਇੰਨੀ ਪੁਰਅਮਨ, ਮੈਂ ਸਮਝਦਾ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇੰਨੀ ਵਧੀਆ ਜਿਹੜੀ ਹੈ ਇਹ ਮੁਹਿੰਮ ਚੱਲ ਰਹੀ ਸੀ, ਉਹਨੂੰ ਬੜਾ ਭਾਰੀ ਸੈਟਬੈਲ, ਉਹਨੂੰ ਬੜਾ ਵੱਡਾ ਇਹ ਕਾਲਾ ਧੱਬਾ ਲੱਗਾ। ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉਹ ਸਬਕ ਸਿੱਖਣ ਦੀ ਲੋੜ ਹੈ ਕਿ ਆਪਾਂ ਜੇ ਗੱਲਾਂ ਮਨਾਉਣੀਆਂ ਨਾ ਤੇ ਇਹਨੂੰ ਲੰਬਾ ਖਿੱਚਣ ਦੀ ਬਜਾਏ ਜਲਦੀ ਤੋਂ ਜਲਦੀ ਜਿਸ ਚਾਹ ਤੇ ਆਪਣੀ ਮਿਨੀਮਮ ਮੰਗ ਮਨਵਾ ਕੇ ਵਾਪਸ ਆਉਣਾ ਚਾਹੀਦਾ। ਤੁਸੀਂ ਦੇਖੋ ਕਿੰਨੇ ਬੰਦੇ ਮਰ ਗਏ, ਉਹਨਾਂ ਦੀ ਸ਼ਹਾਦਤ ਦਾ ਕੌਣ ਜ਼ਿੰਮੇਦਾਰ ਹੈ? ਉਹਨਾਂ ਪਰਿਵਾਰ ਨੂੰ ਕੌਣ ਸੰਤਾਵਨਾ ਦੇਗਾ? ਕੋਈ ਐਕਸੀਡੈਂਟ 'ਚ ਮਰ ਗਿਆ, ਕੋਈ ਉੱਥੇ ਵਿਚਾਰਾ ਬੈਠਾ ਬੈਠਾ ਠੰਡ ਨਾਲ ਮਰ ਗਿਆ। ਇਹੋ ਜਿਹੇ ਬੰਦੇ ਨੇ ਸੰਤਾਪ, ਇੱਕ ਤਰ੍ਹਾਂ ਦੀ ਤਪੱਸਿਆ ਕੀਤੀ ਇਹਨਾਂ ਨੇ ਬਾਰਡਰ ਦੇ ਉੱਤੇ, ਜਿਹੜੇ ਕਿ ਹਿੰਦੁਸਤਾਨ ਦੇ ਸ਼ਾਂਤਮਈ ਢੰਗ ਨਾਲ ਅੰਦੋਲਨ ਚੱਲਣ ਦੇ ਵਿੱਚ ਇੱਕ ਬੜੀ ਸੁਨਹਿਰੀ ਐਗਜ਼ਾਮਪਲ ਹੈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਸਾਰੇ ਅੰਦੋਲਨ ਨੂੰ ਇਸ ਤਰ੍ਹਾਂ ਸੈਬੋਟੇਜ ਹੋਇਆ। ਹੁਣ ਸੈਬੋਟੇਜ ਕਿਹਨੇ ਨੇ ਕੀਤਾ, ਕੌਣ ਐਲੀਮੈਂਟ ਹੈ, ਉਹਨਾਂ ਦੇ ਕੌਣ ਪਿੱਛੇ ਹੈ, ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹੈ। ਮਿਹਰਬਾਨੀ ਸਾਹਿਬ, ਮਿਹਰਬਾਨੀ। ਧਾਲੀਵਾਲ ਸਾਹਿਬ, ਬਹੁਤ ਵੱਡਾ ਮੁੱਦਾ ਹੈ। ਤੁਸੀਂ ਲੰਬੇ ਸਮੇਂ ਤੋਂ ਖੇਤੀ ਮਾਮਲਿਆਂ ਦੀ ਬਹੁਤ ਬਰੀਕੀ ਨਾਲ ਰਿਪੋਰਟਿੰਗ ਵੀ ਕਰਦੇ ਰਹੇ ਹੋ, ਵਾਹ ਵਾਸਤਾ ਨਜ਼ਦੀਕੀ ਤੋਂ ਦੇਖਦੇ ਹੋ। ਜੋ ਵਰਤਾਰਾ ਕਿਸਾਨ ਜਥੇਬੰਦੀ ਨੇ ਇੱਕ ਤਾਂ ਸਪਸ਼ਟ ਤੌਰ ਤੇ ਕਿਹਾ ਕਿ ਸਾਡਾ ਐਡਾ ਵੱਡਾ ਅੰਦੋਲਨ, ਉਹਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਸਰੇ ਪਾਸੇ ਜਿਹੜਾ ਹੈਗਾ ਪੋਲੀਟੀਕਲ ਪਾਰਟੀਆਂ ਨੇ ਇੱਕ ਜਿਹੜਾ ਸਟੈਂਡ ਜ਼ਰੂਰ ਲਿਆ ਇਸ ਮੁੱਦੇ ਤੇ। ਕੱਲ ਜਿਹੜਾ ਉਹਨਾਂ ਨੇ ਕਿਹਾ ਅਸੀਂ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਦੇ ਹਾਂ। ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ, ਔਰ ਉਹਦੇ ਚ ਕੇਂਦਰ ਦੀ ਭੂਮਿਕਾ ਕਿਵੇਂ ਰਹੇਗੀ? ਦੇਖੋ, ਇਹ ਬਹੁਤ ਹੀ ਮਹੱਤਵਪੂਰਨ ਜਿਹੜਾ ਬਜਟ ਸੈਸ਼ਨ ਹੈਗਾ, ਬਜਟ ਸੈਸ਼ਨ ਜਿਹੜਾ ਹੁੰਦਾ ਉਹ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਐਤਕੀ ਇਹ ਬਜਟ ਸੈਸ਼ਨ ਜਿਹੜਾ ਹੈਗਾ ਉਹ ਰੌਲੇ ਰੱਪੇ ਵਿੱਚ ਹੀ ਲੰਘੇਗਾ ਸਾਰੇ ਦਾ ਸਾਰਾ, ਕਿਉਂਕਿ ਪਹਿਲੀ ਕੱਲ ਸ਼ੁਰੂ ਹੋਣਾ ਹੈ ਸੈਸ਼ਨ, ਤੇ ਪਹਿਲੀ ਕਮਰ ਕਸ ਲੈਣੇ ਵਿਰੋਧੀ ਪਾਰਟੀਆਂ ਨੇ। ਉਹਨਾਂ ਨੇ ਬਾਈਕਾਟ ਦਾ ਐਲਾਨ ਪਹਿਲੇ ਹੀ ਸ਼ੁਰੂ ਮਤਲਬ ਦੇ ਦਿੱਤਾ ਹੈਗਾ। 16 ਪਾਰਟੀਆਂ ਉਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ, ਕਾਂਗਰਸ ਪਾਰਟੀ ਵੀ ਸ਼ਾਮਲ ਹੈ, TMC ਵੀ ਸ਼ਾਮਲ ਹੈ, DMK ਵੀ ਸ਼ਾਮਲ ਹੈ, ਸ਼ਿਵ ਸੈਨਾ ਵੀ ਸ਼ਾਮਲ ਹੈ, ਤੇ ਸਾਰੀਆਂ ਤਕਰੀਬਨ ਜਿਹੜੀਆਂ ਰੀਜਨਲ ਪਾਰਟੀਆਂ ਉਹ ਸ਼ਾਮਲ ਹੈਗੀਆਂ ਨੇ, ਜਿਹੜੀਆਂ ਕਿ ਕਿਸਾਨਾਂ ਦੇ ਅੰਦੋਲਨ ਦਾ ਸਪੋਰਟ ਕਰ ਰਹੀਆਂ ਸੀਆਂ। ਤੋਂ ਲੱਗਦਾ ਕਿ ਕੱਲ ਤੋਂ ਹੀ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਅੰਦੋਲਨ ਇਹ ਜਿਹੜਾ ਆਪਣਾ ਸੈਸ਼ਨ ਹੋਏਗਾ ਉਹ ਧੂਆਂਧਾਰ ਹੋਏਗਾ, ਮੇਰਾ ਖਿਆਲ ਹੈ। ਤੇ ਬਜਟ ਸੈਸ਼ਨ ਵਾਲੇ ਦਿਨ ਤਾਂ ਮੇਰਾ ਖਿਆਲ ਹੈ ਕਿ ਬਹੁਤ ਹੀ ਗਰਮਾ ਗਰਮੀ ਹੋਣ ਦੀ ਸੰਭਾਵਨਾ ਹੈ ਕਿ ਆਪਣਾ ਜਿਹੜੇ ਆਪਣੇ ਵਿੱਤ ਮੰਤਰੀ ਨੇ ਉਹਨਾਂ ਨੂੰ ਕਾਫੀ ਮੁਸ਼ਕਲ ਆਏਗੀ ਬਜਟ ਪੇਸ਼ ਕਰਨ ਵਿੱਚ, ਜਿਸ ਤਰ੍ਹਾਂ ਦੀ ਇੰਡੀਕੇਸ਼ਨ ਹੁਣ ਆਪਾਂ ਨੂੰ ਅੱਜ ਦੇ ਬਾਈਕਾਟ ਤੋਂ ਆ ਰਹੇ ਨੇ, ਅੱਜ ਦੇ ਜੋ ਐਲਾਨ ਹੋਇਆ ਹੈਗਾ। ਦੂਸਰੀ ਗੱਲ ਜਿਹੜੀ ਮੈਨੂੰ ਹੈਰਾਨੀ ਹੋਈ, ਜਾਂ ਜੇ ਕਹਿ ਲਓ ਕਿ ਸਰਕਾਰ ਨੇ ਜਿਹੜੀ ਮਤਲਬ ਕਿ ਵੱਡੀ ਗਲਤੀ ਕੀਤੀ ਹੈ, ਉਹ ਇਹ ਕੀਤੀ ਹੈ
ਕਿ ਜਿਹੜੀਆਂ ਪੀਸਫੁਲ ਧਿਰਾਂ ਹੁੰਦੀਆਂ, ਜਿਹੜੇ ਸ਼ਾਂਤੀਪੂਰਵਕ ਧਿਰਾਂ ਹੁੰਦੀਆਂ ਨੇ, ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਹੱਥ ਮਜ਼ਬੂਤ ਕੀਤੇ ਜਾਣ, ਉਹਨਾਂ ਨੂੰ ਤਕੜਾ ਕੀਤਾ ਜਾਵੇ। ਪਰ ਇੱਥੇ ਸਰਕਾਰ ਨੇ ਇਸ ਤਰ੍ਹਾਂ ਦੀ, ਮੇਰਾ ਖਿਆਲ ਹੈ ਕਿ 11 ਦੌਰ ਦੀ ਗੱਲਬਾਤ ਕੀਤੀ। ਉਹਨਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਸੀ, ਉਹਨਾਂ ਨੂੰ ਮਤਲਬ ਕੀ ਇਹਦਾ ਹੋਰ ਤਕੜਾ ਕਰਨਾ ਚਾਹੀਦਾ ਸੀ। ਸਰਕਾਰ ਨੇ ਕੋਈ ਅਜਿਹਾ ਯਤਨ ਨਹੀਂ ਕੀਤਾ। 11 ਵਾਰੀ ਗੱਲ ਕਰਨ ਦਾ ਕੋਈ ਤੁਕ ਨਹੀਂ ਸੀ ਬਣਦੀ। ਗੱਲ ਮੇਰਾ ਖਿਆਲ ਹੈ ਇੱਕ ਜਾਂ 2 ਦੌਰ ਵਿੱਚ ਹੀ ਖਤਮ ਹੋ ਜਾਣੀ ਚਾਹੀਦੀ ਸੀ, 3 ਦੌਰ ਵਿੱਚ ਖਤਮ ਹੋ ਜਾਂਦੀ ਵੱਧ ਤੋਂ ਵੱਧ। ਜਿਹੜੀ ਆਫਰ ਤੁਸੀਂ 11ਵੇਂ ਦੌਰ 'ਚ ਜਾ ਕੇ ਦਿੱਤੀ ਹੈ, ਉਹ ਤੁਸੀਂ ਦੂਜੇ ਤੀਜੇ ਦੌਰ 'ਚ ਦੇ ਸਕਦੇ ਸੀਗੇ। ਉਦੋਂ ਐਜੂਕੇਸ਼ਨ ਬਹੁਤਾ ਪੁਰਾਣਾ ਵੀ ਨਹੀਂ ਹੋਇਆ ਸੀਗਾ। ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਐਜੂਕੇਸ਼ਨ ਲੰਬਾ ਖਿੱਚਿਆ ਜਾਂਦਾ ਹੈ ਨਾ, ਉਹਦੇ 'ਚ ਫਿਰ ਲੋਕਾਂ 'ਚ ਫਰਸਟ੍ਰੇਸ਼ਨ ਆ ਜਾਂਦੀ ਹੈ। ਫਿਰ ਉਹ ਧਿਰਾਂ ਭਾਰੂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੀਆਂ ਕਹਿੰਦੇ ਆ ਕਿ ਲਿਓ ਜੀ ਆਪਾਂ ਇਹਨਾਂ ਤੋਂ ਲੋਟ ਨਹੀਂ ਆ ਰਿਹਾ ਕੰਮ, ਆਪਾਂ ਮੂਹਰੇ ਚੱਲਦੇ ਹਾਂ, ਆਪਾਂ ਅੱਗੇ ਲੱਗਦੇ ਹਾਂ, ਆਪਾਂ ਦੇਖਦੇ ਹਾਂ ਵੀ ਕਿਵੇਂ ਸਰਕਾਰ ਨਹੀਂ ਮੰਨਦੀ ਗੱਲਾਂ। ਜਿਹੜਾ ਨਾ ਗਰਮ ਖਿਆਲ ਵਾਲੇ ਬੰਦੇ ਹੁੰਦੇ ਨੇ, ਜਿਹੜੇ ਥੋੜੇ ਜਿਹੇ ਮਤਲਬ ਗਰਮ ਮਜਾਜ ਦੇ ਬੰਦੇ ਹੁੰਦੇ ਨੇ, ਉਹ ਮੂਹਰੇ ਲੱਗ ਜਾਂਦੇ ਨੇ। ਔਰ ਜਿਹੜੇ ਜੀ ਧਾਲੀਵਾਲ ਸਾਹਿਬ, ਮੈਂ ਤੁਹਾਨੂੰ ਧਾਲੀਵਾਲ ਸਾਹਿਬ, ਮੈਂ ਆਮ ਸੌਰੀ ਵਿੱਚੋਂ ਟੋਕ ਰਿਹਾ ਧਾਲੀਵਾਲ ਸਾਹਿਬ। ਜਦੋਂ 26 ਜਨਵਰੀ ਦੀ ਆਪਾਂ ਗੱਲ ਕਰਦੇ ਆ, ਉਸ ਤੋਂ ਇੱਕ ਰਾਤ ਪਹਿਲਾਂ ਸਿੰਘੂ ਬਾਰਡਰ ਤੇ ਜੋ ਕੁਝ ਵਾਪਰਿਆ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਇਹੀ ਵਾਪਰਿਆ। ਉਹਨਾਂ ਨੇ ਕਿਹਾ ਜੀ 2 ਮਹੀਨੇ ਹੋ ਗਏ, ਕੁਝ ਕਰ ਨਹੀਂ ਰਹੇ, ਇਹ ਬੁੱਢੀ ਲੀਡਰਸ਼ਿਪ ਹੈ। ਕਈ ਗੱਲਾਂ ਇਦਾਂ ਦੀਆਂ ਕਹੀਆਂ ਗਈਆਂ ਕਿ ਹੁਣ ਆਪਾਂ ਨੂੰ ਅੱਗੇ ਲੱਗਣਾ ਪੈਣਾ। ਸੋ ਇਦਾਂ ਦਾ ਮਾਹੌਲ ਬਣਾਇਆ ਗਿਆ। ਇਹਦੇ ਲਈ ਕੇਂਦਰ ਕਿਵੇਂ ਆਪਣਾ ਭਲਾ ਝਾੜੇਗਾ? ਮੈਂ ਇਹੀ ਕਹਿਣਾ ਕਿ ਗੱਲਬਾਤ ਤਾਂ ਜਦੋਂ ਜਿਹੜੇ ਕਿਸਾਨ ਸੀ ਉਹ ਰੇਲਵੇ ਲਾਈਨਾਂ ਤੇ ਬੈਠੇ ਸੀ, ਉਸ ਸਮੇਂ ਹੀ ਕੇਂਦਰ ਸਰਕਾਰ ਨੂੰ ਮੁਕਾ ਲੈਣੀ ਚਾਹੀਦੀ ਸੀ। ਜੇ ਪੰਜਾਬ 'ਚ ਹੀ ਗੱਲਬਾਤ ਮੁੱਕ ਜਾਂਦੀ, ਮੇਰਾ ਖਿਆਲ ਹੈ ਕਿ ਗੱਲਬਾਤ ਆ ਜਿਹੜੀ ਸਸਪੈਂਡ ਕੀਤੇ ਕਰਨ ਦੀ ਹੁਣ ਆਫਰ ਦਿੱਤੀ ਆ 11ਵੇਂ ਦੌਰ ਵਿੱਚ, ਜੇ ਕਿਤੇ ਪਹਿਲੇ ਦਿਨ ਦੇ ਵੀ ਤੁਸੀਂ ਗੱਲਬਾਤ ਆਪਾਂ ਕਮੇਟੀ ਬਣਾ ਲੈਂਦੇ ਹਾਂ, ਆਪਾਂ 6 ਮਹੀਨਿਆਂ ਲਈ ਇਹਨੂੰ ਸਸਪੈਂਡ ਕਰਦੇ ਹਾਂ, ਤੁਸੀਂ ਆ ਜਾਓ, ਬੈਠੋ ਟੇਬਲ ਤੇ ਬਹਿ ਕੇ, ਆਪਾਂ ਜੇ ਜੋ ਤੁਹਾਨੂੰ ਇਤਰਾਜ਼ ਹੈਗੇ ਨੇ, ਜਿਹੜੀਆਂ ਕਲੌਜ਼ਸ ਹੈਗੀਆਂ ਨੇ, ਸੈਕਸ਼ਨਸ ਹੈਗੀਆਂ ਨੇ ਬਿੱਲਾਂ ਦੀਆਂ, ਉਹਨਾਂ ਬਾਰੇ ਆਪਾਂ ਬਹਿ ਕੇ ਚਰਚਾ ਕਰ ਲੈਂਦੇ ਹਾਂ। ਜਿਹੜੀ ਕਿਤੇ ਲੱਗਦਾ ਵੀ ਤੁਹਾਨੂੰ ਸਾਡੇ ਹੱਕ 'ਚ ਨਹੀਂ ਜਾਂਦੀ ਜਾਂ ਹੋਰ ਕਿਸੇ ਦੇ ਹੱਕ ਜਾਂਦੀ ਹੈ, ਜਿਵੇਂ ਕਾਰਪੋਰੇਟ ਘਰਾਣੇ ਦੇ ਕਿਹਾ ਜਾ ਰਿਹਾ ਵੀ ਹੱਕ ਜਾਂਦੀ ਹੈ, ਤਾਂ ਆਪਾਂ ਉਹਦੇ ਬਹਿ ਕੇ ਨਿਬੇੜ ਲੈਂਦੇ ਹਾਂ ਸਾਰੀ ਗੱਲ। ਮੇਰਾ ਖਿਆਲ ਹੈ ਕਿ ਉਦੋਂ ਗੱਲ ਬਹੁਤ ਜਲਦੀ ਨਿਬੜ ਜਾਂਦੀ। ਪਰ ਉਦੋਂ ਬੀਜੇਪੀ ਨੇ, ਜਾਂ ਕਹਿ ਲਓ ਵੀ ਕੇਂਦਰ ਸਰਕਾਰ ਨੇ, ਜਾਂ ਕੇਂਦਰ ਸਰਕਾਰ ਦੀ ਜਿਹੜੀ ਪੋਲੀਟੀਕਲ ਪਾਰਟੀ ਰਾਜ ਕਰ ਰਹੀ ਆ, ਉਹਨੇ ਉਲਟ ਸਟੈਂਡ ਲੈ ਲਿਆ। ਉਹ ਸਟੈਂਡ ਕੀ ਸੀਗਾ? ਉਹ ਸਟੈਂਡ ਇਹ ਲੈ ਲਿਆ ਕਿ ਉਹਨਾਂ ਨੇ ਆਪਣੇ ਮੰਤਰੀ ਭੇਜਣੇ ਸ਼ੁਰੂ ਕਰਤੇ ਸਟੇਟਾਂ ਵਿੱਚ, ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰਤਾ। ਹਾਲਾਂਕਿ ਲੋਕ ਮੰਨ ਨਹੀਂ ਸੀ ਰਹੇ। ਉਹਦੇ ਨਾਲ ਕਨਫਰੰਟੇਸ਼ਨ ਪੈਦਾ ਹੋਈ, ਉਹਦੇ ਨਾਲ ਇੱਕ ਜਜ਼ਬਾਤ ਲੋਕਾਂ ਦੇ ਥੋੜ੍ਹੇ ਜਿਹੇ ਗਰਮ ਹੋ ਗਏ। ਤੁਸੀਂ ਦੇਖਿਆ ਪੰਜਾਬ 'ਚ ਥਾਂ ਤੇ ਬਾਈਕਾਟ ਵੀ ਹੋਇਆ, ਕਈ ਥਾਂ ਦੇ ਮੰਤਰੀ ਆਏ, ਕਈ ਥਾਂ ਤੇ ਉਹ ਸਮਾਗਮ ਕਰ ਹੀ ਨਹੀਂ ਸਕੇ। ਜਿਹੜੇ ਕੇਂਦਰ ਨੇ ਮੰਤਰੀਆਂ ਦੀ ਡਿਊਟੀ ਲਾਈ ਸੀ, 8 ਮੰਤਰੀਆਂ ਦੀ ਡਿਊਟੀ ਲਾਈ ਸੀ ਮੇਰਾ ਖਿਆਲ ਪੰਜਾਬ ਵਾਸਤੇ, ਉਹ ਆਏ ਵੀ ਇੱਥੇ, ਪਰ ਉਹ ਬਹੁਤੇ ਸਮਾਗਮ ਨਹੀਂ ਕਰ ਸਕੇ। ਉਦੋਂ ਹੀ ਮਤਲਬ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਸੀ। ਮੇਰਾ ਖਿਆਲ ਹੈ ਕਿ ਉਹ ਵਧੀਆ ਸਟੇਜ ਸੀ ਜਦੋਂ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ, ਅਸੀਂ 6 ਮਹੀਨਿਆਂ ਲਈ ਇਹਨਾਂ ਨੂੰ ਸਸਪੈਂਡ ਕਰਦੇ ਹਾਂ। ਇਕੱਲੇ ਤੁਸੀਂ ਨੇ, ਆਪਾਂ ਸਾਰੇ ਦੇਸ਼ 'ਚੋਂ ਜਿੰਨੀਆਂ ਵੀ ਆਪਣਾ ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਨੂੰ ਬੁਲਾ ਲੈਂਦੇ ਹਾਂ, ਉਹਨਾਂ ਨਾਲ ਬਹਿ ਗੱਲ ਕਰਦੇ। ਜਿਹੜੀਆਂ ਹੱਕ 'ਚ ਨੇ ਆਪਾਂ ਉਹਨਾਂ ਦੇ ਵਿਚਾਰ ਵੀ ਸੁਣ ਲੈਂਦੇ ਹਾਂ, ਜਿਹੜੀਆਂ ਵਿਰੁੱਧ ਨੇ ਉਹਨਾਂ ਦੇ ਵਿਚਾਰ ਵੀ ਸੁਣ ਲੈਂਦੇ ਹਾਂ। ਉਹ ਇੱਕ ਵਧੀਆ ਢੁਕਵਾਂ ਮੌਕਾ ਸੀ ਜਦੋਂ ਕਿ ਸਾਰੀ ਗੱਲ ਮਸਲੇ ਦਾ ਹੱਲ ਹੋ ਸਕਦਾ। ਜਿਉਂ ਫਿਰ ਦਿੱਲੀ ਕਰਿਆ ਗਿਆ ਪ੍ਰੋਗਰਾਮ, ਫੇਰ ਨਾ ਤੁਹਾਨੂੰ ਆਮ ਆਪਾਂ ਦੇਖਦੇ ਆ ਕਿ ਜਿਹੜੀਆਂ ਸ਼ਾਂਤਮਈ ਅੰਦੋਲਨ ਕਰ ਰਹੇ ਹੁੰਦੇ ਆ, ਉਹਨਾਂ ਦੇ ਹੱਥ 'ਚੋਂ ਗੱਲ ਤਿਲਕਣੀ ਸ਼ੁਰੂ ਹੋ ਜਾਂਦੀ ਹੈ। ਅਕਸਰ ਹੀ ਹੁੰਦਾ ਇਹ, ਮਤਲਬ ਥੋੜਾ ਗਰਮ ਖਿਆਲ ਵਾਲੇ ਬੰਦੇ ਮੂਹਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਫਿਰ ਲੋਕ ਵੀ ਉਹਨਾਂ ਤੇ ਅੱਕ ਜਾਂਦੇ ਨੇ। ਜਿਹੜੇ ਬੰਦੇ ਸ਼ਾਂਤੀਪੂਰਵਕ ਚਲਾ ਰਹੇ ਹੁੰਦੇ ਨਾ ਪ੍ਰੋਗਰਾਮ, ਉਹ ਕਹਿੰਦੇ ਯਾਰ ਇਹ ਤਾਂ ਗੱਲ ਆ, ਵੈਸੀ ਗੱਲਾਂ ਬਾਤੀ ਕੰਮ ਚਲਾ ਰਹੇ ਨੇ, ਤਾਂ ਗੱਲ ਨਿਬੜ ਨਹੀਂ ਰਹੀ, ਆਪਾਂ ਮੂਹਰੇ ਲੱਗ ਕੇ ਆਪਾਂ ਕਰਦੇ ਹਾਂ। ਉਹ ਜਿਹੜੇ ਗਰਮ ਖਿਆਲ ਹੁੰਦੇ ਉਹਨਾਂ ਦੀ ਧਿਰ ਮਜ਼ਬੂਤ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਸਰਕਾਰ ਨੇ ਗਲਤੀ ਇਹ ਕੀਤੀ ਕਿ ਇਹਨੂੰ ਬਹੁਤ ਜ਼ਿਆਦਾ ਲਮਕਾ ਲਿਆ। ਥੈਂਕ ਯੂ ਵੈਰੀ ਮਚ। ਆਪਾਂ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਦੇਸੇ ਮੁੱਦੇ ਤੇ ਆ ਰਹੇ ਵਾਪਸ। ਸਾਡੇ ਨਾਲ ਇਸ ਖਿੱਤੇ ਦੇ 3 ਸੀਨੀਅਰ ਜਰਨਲਿਸਟ। ਗੱਲ ਜਦੋਂ ਆਪਾਂ ਕਰਦੇ ਹਾਂ ਸੈਕਟਰ ਮਾਰਚ 26 ਜਨਵਰੀ ਗਣਤੰਤਰ ਦਿਵਸ ਦੀ, ਜੋ ਕੁਝ ਵਾਪਰਿਆ, ਕਿਹੜੀਆਂ ਧਿਰਾਂ ਨੇ ਜ਼ਿੰਮੇਵਾਰ ਇਹਨਾਂ ਮੁੱਦਿਆਂ ਤੇ ਉੱਠ ਰਿਹਾ ਸਵਾਲ, ਆਪਾਂ ਕਰਾਂਗੇ ਚਰਚਾ ਨਿੱਕੀ ਜਿਹੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਹਰਕਮਲ ਜੀ, ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਜੋ ਪ੍ਰਸਥਿਤੀਆਂ ਬਣੀਆਂ ਉਹਦੇ ਲਈ ਕਿਸਾਨ ਜਥੇਬੰਦੀਆਂ ਦੀ ਵੀ ਕਈ ਜਗ੍ਹਾ ਤੇ ਆਪਾਂ ਜਿਹਨੇ ਕਹਿੰਦੇ ਕਿ ਅਣਗਹਿਲੀ ਹੋਏਗੀ, ਜਿਹੜੀ ਕੀ ਆ ਉਹ ਜ਼ਿੰਮੇਵਾਰੀ ਤੋਂ ਪਾਸੇ ਨਹੀਂ ਹੋ ਸਕਦੀਆਂ। ਪਰ ਮੁੱਖ ਭੂਮਿਕਾ ਕਿਉਂਕਿ ਕੇਂਦਰ ਸਰਕਾਰ ਦੀ ਹੈ। ਤੁਸੀਂ ਵੀ ਲੰਬੇ ਸਮੇਂ ਤੋਂ ਹਰਕਮਲ ਜੀ ਬਹੁਤ ਸਾਰੀਆਂ ਮੂਵਮੈਂਟਸ ਨੂੰ ਕਵਰ ਕਰਦੇ ਆ ਰਹੇ ਹੋ। ਜਿੱਦਾਂ ਦਾ ਇਹ ਅੰਦੋਲਨ 'ਚ ਆਪਾਂ ਦੇਖਿਆ ਕਿ ਲੰਬੇ ਸਮੇਂ ਤੋਂ ਕਿਸ ਤਰ੍ਹਾਂ ਇਹਦੇ 'ਚ ਅੰਦੋਲਨ 'ਚ ਘੋੜਸਵਾਰੀ ਹੋ ਰਹੀ ਹੈ, ਕਿਸ ਤਰੀਕੇ ਨਾਲ ਲਾਲ ਕਿਲੇ 'ਚ ਲੋਕ ਚਲੇ ਗਏ। ਈਟੀਓ ਤੋਂ ਕਹਿੰਦੇ ਕਿ ਜਦੋਂ ਇੱਧਰ ਨੂੰ ਟਰਨ ਲਈ ਗਈ ਤਾਂ ਲਾਲ ਕਿਲੇ ਤੱਕ ਉੱਥੇ ਕੋਈ ਰੁਕਾਵਟ ਹੀ ਨਹੀਂ ਸੀ। ਇਹ ਸਾਰੇ ਮੁੱਦਿਆਂ ਤੇ ਜਿਹੜੇ ਸਵਾਲ ਤਾਂ ਉੱਠ ਹੀ ਰਹੇ ਹੈ। ਹੁਣ ਜਿਹੜੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਜਿਵੇਂ ਪਾਰਲੀਮੈਂਟ ਦੇ ਵਿੱਚ ਵੀ ਇਹ ਮਾਮਲਾ ਉੱਭਰ ਕੇ ਸਾਹਮਣੇ ਆ ਰਿਹਾ, ਤਾਂ ਹੁਣ ਫੇਰ ਜਿਹੜੀ ਕੀ ਹੈ ਗੇਂਦ ਦੇ
ਦੇ ਵਿੱਚ ਹੈ। ਜੇ ਮਾਮਲਾ ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ ਔਰ ਧਾਲੀਵਾਲ ਸਾਹਿਬ ਮਾਮਲੇ ਹੈ ਤਾਂ ਗੱਲ ਹੋਰ ਗੁੰਝਲਦਾਰ ਹੋ ਸਕਦੀ ਹੈ। ਜੀ ਕਮਲ ਜੀ। ਦੇਖੋ ਜਗਤਾਰ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਇਹਦੇ 'ਚ ਕੋਈ ਸ਼ੱਕ ਨਹੀਂ, ਮਤਲਬ ਇਹ ਤੇ ਸਾਰੀ ਬਹੁਤ ਲੋਕਾਂ ਨੇ ਦੇਖਿਆ ਔਰ ਲੋਕਾਂ ਦੇ ਸਾਹਮਣੇ ਵਿੱਚ ਸਾਰਾ ਕੁਝ ਕਿ ਕਿਸ ਢੰਗ ਦੇ ਨਾਲ ਜੋ ਜਿਹੜੀਆਂ ਕੱਲ ਦੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਰੋਕਣ ਦੀ ਸਰਕਾਰੀ ਪੱਧਰ ਤੇ ਕੋਈ ਜਿਹੜੀ ਐਫਰਟ ਨਹੀਂ ਹੋਈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਦਿਲਚਸਪੀ ਵਾਲੀ ਗੱਲ ਹੈ, ਦੇਖਣ ਵਾਲੀ ਗੱਲ ਹੈ। ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤੇ ITO ਤੋਂ ਜਦੋਂ ਕੁਝ ਲੋਕ ਦੂਜੇ ਪਾਸੇ ਗਏ ਲਾਲ ਕਿਲੇ ਵੱਲ, ਉਹਨਾਂ ਨੂੰ ਰੋਕਣ ਦੀ ਕੋਈ ਬਹੁਤੀ ਐਫਰਟ ਨਹੀਂ ਹੋਈ ਔਰ ਉਹ ਬੜੇ ਆਰਾਮ ਨਾਲ ਉਥੋਂ ਬੈਰੀਕੇਡ ਜਿਹੜਾ ਸੀ ਤੋੜ ਕੇ ਉਸ ਪਾਸੇ ਨਿਕਲ ਗਏ। ਟਕੈਤ ਨੇ ਔਰ ਬਾਕੀ ਲੀਡਰਾਂ ਨੇ ਇਹ ਬਾਰ-ਬਾਰ ਅਲੈਜ ਕੀਤਾ ਹੈ। ਉਹ ਕਹਿੰਦੇ ਜੀ ਕਿ ਜਿਹੜੇ ਰਸਤੇ ਜਿਹੜੇ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਬੈਰੀਕੇਡ ਲੱਗੇ ਸੀ, ਲੇਕਿਨ ITO ਵਾਲੇ ਪਾਸੇ ਔਰ ਲਾਲ ਕਿਲੇ ਵਾਲੇ ਪਾਸੇ ਜਾਣ ਲਈ ਕੋਈ ਰੁਕਾਵਟ ਨਹੀਂ ਸੀ। ਉਹ ਖੁੱਲੇ ਤੌਰ ਦੇ ਲੋਕਾਂ ਨੂੰ ਜਾਣ ਦਿੱਤਾ ਜਾ ਰਿਹਾ ਸੀ। ਔਰ ਹੈਰਾਨੀ ਦੀ ਗੱਲ ਇਹ ਵੇ ਕਿ ਜਦੋਂ ਅਸੀਂ ਵੀ ਸਾਰੇ ਲੋਕਾਂ ਨੇ TV ਜਿਹੜੇ ਵਾਚ ਕਰ ਰਹੇ ਸੀ ਦੇਖਿਆ, ਜਦੋਂ ਇਹ ਕਿਸਾਨ ਉੱਥੇ ਪਹੁੰਚੇ ਲਾਲ ਕਿਲੇ ਤੇ, ਉੱਥੇ ਆਲਰੇਡੀ ਇੱਕ ਮੌਬ ਖੜਾ ਹੋਇਆ ਸੀ। ਉਹ ਕਿੱਥੋਂ ਆ ਗਿਆ, ਇਹ ਆਪਣੇ ਆਪ 'ਚ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈਗਾ। ਔਰ ਅਸੀਂ ਸਾਰਿਆਂ ਨੇ ਦੇਖਿਆ ਕਿ ਜਿਸ ਢੰਗ ਦੇ ਨਾਲ ਉੱਥੇ ਜਾ ਕੇ ਉਹਨਾਂ ਨੇ ਨਿਸ਼ਾਨ ਸਾਹਿਬ ਲਾਇਆ ਜਾਂ ਕਿਸਾਨੀ ਦਾ ਝੰਡਾ ਲਾਇਆ, ਜੋ ਵੀ ਕੀਤਾ, ਉਹ ਇੰਨੇ ਆਰਾਮ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਸੀ ਕਿ ਉਹਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਕਾਫੀ ਚੰਗੇ ਨੰਬਰ 'ਚ ਉੱਥੇ ਫੋਰਸ ਮੌਜੂਦ ਹੈਗੀ ਸੀ, ਪਰ ਮੈਨੂੰ ਲੱਗਦਾ ਨਾ ਉਹਨਾਂ ਨੂੰ ਕੋਈ ਇਨਸਟਰਕਸ਼ਨ ਦੇ ਰਿਹਾ ਸੀ, ਨਾ ਉਹਨਾਂ ਨੂੰ ਕੋਈ ਆਰਡਰ ਸੀ। ਉਹ ਆਰਾਮ ਨਾਲ ਚੁੱਪ ਕਰਕੇ ਬਾਤ ਕਰਦੇ ਰਹੇ ਵੀ ਠੀਕ ਹੈ, ਜਿਹਨੇ ਲਾਣਾ ਜੋ ਝੰਡਾ ਜੋ ਲਾਣਾ ਲਾਓ। ਔਰ ਸਭ ਤੋਂ ਦਿਲਚਸਪ ਗੱਲ ਇਹ ਵੇ ਕਿ ਜਿਹੜਾ ਲਾਲ ਕਿਲਾ, ਉਹਨੂੰ ਪਿਛਲੇ ਕਾਫੀ ਦਿਨ ਤੋਂ ਬਰਡ ਫਲੂ ਕਰਕੇ ਬੰਦ ਕੀਤਾ ਹੋਇਆ ਸੀ, ਈਵਨ ਵਿਜ਼ਟਰਸ ਲਈ ਵੀ ਬੰਦ ਕੀਤਾ ਹੋਇਆ ਸੀ। ਉਹਦੇ ਗੇਟ ਵੀ ਬੰਦ ਸਨ, ਸਾਰਾ ਕੁਝ ਬੰਦ ਸੀ। ਬੈਰੀਕੇਡ ਉਹਨੂੰ ਕੀਤਾ ਹੋਇਆ ਸੀ ਵੀ ਕੋਈ ਉਸ ਪਾਸੇ ਨਾ ਜਾਏ, ਕਿਉਂਕਿ ਬਰਡ ਫਲੂ ਤੇ ਕਾਂ ਮਰੇ ਮਿਲੇ ਸੀ 17-18 ਕੁਝ ਦਿਨ ਪਹਿਲਾਂ। ਪਰ ਉਹਦੇ ਵੱਡੇ ਗੇਟ ਕਿਵੇਂ ਖੁੱਲ ਗਏ, ਉਹ ਬੈਰੀਕੇਡ ਕਿਵੇਂ ਖਤਮ ਹੋ ਗਏ ਉੱਥੇ, ਇਹ ਸਾਰੇ ਲੋਕ ਇੰਨਾ ਹਜੂਮ ਅੰਦਰ ਕਿਵੇਂ ਚਲਾ ਗਿਆ, ਇਹ ਇੱਕ ਆਪਣੇ ਆਪ 'ਚ ਬੜਾ ਵੱਡਾ ਕੁਐਸਚਨ ਹੈ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ ਹੋ ਗਿਆ ਔਰ ਕਿਸੇ ਨੇ ਉਹਦਾ ਨੋਟਿਸ ਨਹੀਂ ਲਿਆ, ਜਾਂ ਹੁਣ ਤੱਕ ਉਹਦੇ ਤੇ ਕੋਈ ਸਰਕਾਰ ਵੱਲੋਂ ਸਵਾਲ ਕਿਉਂ ਨਹੀਂ ਉੱਠ ਰਿਹਾ ਹੈਗਾ। ਮੈਨੂੰ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਆਪਣੇ ਆਪ 'ਚ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਨੇ, ਔਰ ਜਿਹੜੀਆਂ ਹਿੰਦੁਸਤਾਨ ਦੀਆਂ ਬਾਕੀ ਪਾਰਟੀਆਂ ਵੀ ਨੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਇਹਦਾ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਇਹ ਘਟਨਾਵਾਂ ਜਿਸ ਢੰਗ ਦੇ, ਦੇਖੋ ਇਹਦੇ ਤੇ ਕੋਈ ਸ਼ੱਕ ਨਹੀਂ ਕਿ ਕਨਸਪੀਰੇਸੀਜ਼ ਹੋ ਰਹੀਆਂ ਸੀ, ਪਰ ਜਿਸ ਢੰਗ ਦੇ ਨਾਲ 26 ਤਰੀਕ ਨੂੰ ਜੋ ਘਟਨਾਕ੍ਰਮ ਸਾਡੇ ਸਾਹਮਣੇ ਆਇਆ, ਉਹਦੇ ਤੋਂ ਇਹ ਸਪਸ਼ਟ ਹੋ ਗਿਆ ਕਿ ਇਸ ਅੰਦੋਲਨ ਨੂੰ ਬਦਨਾਮ ਕਰਨ ਪਿੱਛੇ ਕੁਝ ਫੋਰਸਿਸ ਲੱਗੀਆਂ ਹੋਈਆਂ ਸੀ ਔਰ ਉਹ ਬੜੇ ਧੜੱਲੇ ਦੇ ਨਾਲ ਉਹਨਾਂ ਨੇ ਉਦੋਂ ਆਪਣਾ ਇਹ ਸਾਰਾ ਐਕਸ਼ਨ ਪੂਰਾ ਕੀਤਾ ਔਰ ਇਸ ਅੰਦੋਲਨ ਨੂੰ ਚੰਗੀ ਤਰ੍ਹਾਂ ਬਦਨਾਮ ਕਰਨ 'ਚੋਂ ਕਾਮਯਾਬ ਹੋਏ। ਮੈਂ ਮਹਿਸੂਸ ਕਰਨਾ, ਜਿਵੇਂ ਪ੍ਰਾਸ਼ਰ ਸਾਹਿਬ ਨੇ ਵੀ ਕਿਹਾ ਕਿ ਇਹਦਾ ਕੋਈ ਹੱਲ ਕਰਨਾ ਚਾਹੀਦਾ ਹੈ, ਇਹਦਾ ਛੇਤੀ ਹੱਲ ਹੋਣਾ ਚਾਹੀਦਾ ਹੈ। ਦੇਖੋ ਇਸ ਵੇਲੇ ਇਹ ਬਹੁਤ ਜ਼ਰੂਰੀ ਮੁੱਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜੋ ਅੱਜ ਦਿੱਲੀ 'ਚ ਐਟੀਟਿਊਡ ਹੈਗਾ, ਪਾਰਲੀਮੈਂਟ 'ਚ ਰੌਲਾ ਪਏਗਾ, ਬਜਟ ਸੈਸ਼ਨ 'ਚ ਰੌਲਾ ਪਏਗਾ, ਵਿਰੋਧੀ ਧਿਰ 'ਚ ਜਿੰਨੀ ਕੁ ਜਾਨ ਹੈਗੀ ਹੈ, ਆਪਾਂ ਦੇਖੀਏ ਬਗਰਲੇ ਟਾਈਮ 'ਚ ਜਿੰਨੀ ਕੁ ਜਾਨ ਹੈਗੀ ਹੈ, ਉਹਨਾਂ ਕੋਲ ਰੌਲਾ ਪਾ ਲੈਣਗੇ ਵਿਚਾਰੇ। ਪਰ ਜੋ ਐਟੀਟਿਊਡ ਹੈਗਾ ਗਵਰਨਮੈਂਟ ਆਫ ਇੰਡੀਆ ਦਾ, ਜਾਂ ਜੋ NDA ਸਰਕਾਰ ਦਾ ਜੋ ਐਟੀਟਿਊਡ ਹੈਗਾ, ਜੋ ਉਹਨਾਂ ਦਾ ਇਸ ਵੇਲੇ ਐਰੋਗੈਂਸ ਜਿਹਦੀ ਉਹਦਾ ਹੰਕਾਰ ਹੈਗਾ, ਲੱਗ ਨਹੀਂ ਰਿਹਾ ਕਿ ਉਹ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੈਗੇ ਨੇ। ਈਵਨ ਬਿੱਲ ਪਾਸ ਕਰਨ ਲੱਗਿਆ ਜਿਵੇਂ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਕਿਸੇ ਦੀ ਸੁਣਵਾਈ ਨਹੀਂ ਹੋਈ, ਕਿਸੇ ਦੇ ਵਿਚਾਰ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਮੈਨੂੰ ਲੱਗਦਾ ਉਹ ਐਟੀਟਿਊਡ ਅਜੇ ਕਾਇਮ ਹੈਗਾ, ਔਰ ਜੇ ਇਹ ਐਟੀਟਿਊਡ 'ਚ ਕੋਈ ਤਬਦੀਲੀ ਨਾ ਆਈ, ਮੈਂ ਸਮਝਦਾ ਉਹ ਇਸ ਦੇਸ਼ ਦੇ ਔਰ ਐਟਲੀਸਟ ਨਾਰਥ ਇੰਡੀਆ ਦੇ ਹਾਲਾਤਾਂ ਲਈ ਚੰਗਾ ਨਹੀਂ ਹੋਏਗਾ। ਉਹ ਸਾਡੇ ਲੋਕਾਂ ਦੀ ਬਦਕਿਸਮਤੀ ਹੋਏਗੀ, ਕਿਉਂਕਿ ਉਹਦੇ ਨਾਲ ਅਸ਼ਾਂਤੀ ਫੈਲਣ ਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਅੰਦੇਸ਼ੇ ਹੋ ਸਕਦੇ ਨੇ, ਔਰ ਇਸ ਸਾਰੇ ਖਿੱਤੇ ਦੇ ਹਾਲਾਤ ਖਰਾਬ ਹੋ ਸਕਦੇ ਨੇ। ਸੋ ਮੇਰੇ ਖਿਆਲ 'ਚ ਬਹੁਤ ਚੰਗੀ ਗੱਲ ਹੋਏਗੀ ਜਿਹੜੀ ਅਸੀਂ ਇੱਕ ਬਾਰ-ਬਾਰ ਗੱਲ ਕਹਿ ਰਹੇ ਹਾਂ ਨੇ ਜੀ ਕਿ ਜੀ ਉਹ 1.5 ਸਾਲ ਮੰਨ ਲੈਂਦੇ, 2 ਸਾਲ ਮੰਨ ਲੈਂਦੇ। ਦੇਖੋ ਉਹਦੇ 'ਚ ਤੁਸੀਂ ਕਿਸਾਨ ਆਗੂਆਂ ਦੀ ਗੱਲ ਸੁਣੋ, ਬੜੀ
ਉਹ ਵੈਲਿਡ ਗੱਲ ਹੈ, ਅਸੀਂ ਧਿਆਨ ਨਹੀਂ ਦੇ ਰਹੇ। ਰਾਜੇਵਾਲ ਜਾਂ ਬਾਕੀ ਲੀਡਰ ਸਾਰੇ ਕਹਿੰਦੇ ਨੇ ਕਿ ਕੀ ਕੇਂਦਰ ਸਰਕਾਰ ਨੂੰ ਖੇਤੀ ਦੇ ਮੁੱਦੇ ਤੇ ਕਾਨੂੰਨ ਬਣਾਉਣ ਦਾ ਰਾਈਟ ਹੈਗਾ ਸੀ? ਜੇ ਉਹ ਇਹ ਗੱਲ ਮੰਨ ਲੈਂਦੇ ਨੇ 1.5 ਸਾਲ 2 ਸਾਲ 3 ਸਾਲ, ਤੇ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਗਵਰਨਮੈਂਟ ਆਫ ਇੰਡੀਆ ਦਾ ਰਾਈਟ ਪ੍ਰਵਾਨ ਕਰ ਰਹੇ ਹੋ ਕਿ ਉਹ ਖੇਤੀ ਦੇ ਉੱਤੇ ਕਾਨੂੰਨ ਬਣਾ ਸਕਦੇ ਨੇ। ਜਦੋਂ ਇਹੀ ਤੁਸੀਂ ਗੱਲ ਰਿਜੈਕਟ ਕਰ ਰਹੇ ਹੋ, ਤੁਸੀਂ ਕਹਿੰਦੇ ਹੋ ਕਿ ਵਿਧਾਨ ਦੇ ਮੁਤਾਬਕ ਉਹ ਕਾਨੂੰਨ ਨਹੀਂ ਬਣਾ ਸਕਦੇ, ਤੇ ਫਿਰ ਤੇ ਉਹਨਾਂ ਦੀ ਡਿਮਾਂਡ ਠੀਕ ਹੈ ਕਿ ਉਹਨਾਂ ਨੂੰ ਪਹਿਲਾਂ ਰੱਦ ਕਰੋ। ਜੇ ਬਣਾਣੇ ਨੇ ਤੁਸੀਂ ਸਟੇਟਾਂ ਨੂੰ ਕੋ ਆਪਣਾ ਇੱਕ ਮਾਡਲ ਐਕਟ ਬਣਾ ਕੇ ਭੇਜ ਦਿਓ, ਜੋ ਸਟੇਟਾਂ ਬਣਾਉਣਾ ਚਾਹੁੰਦੀਆਂ ਬਣਾਉਣ। ਸੋ ਮੇਰੇ ਖਿਆਲ 'ਚ ਇਹ ਜਿਹੜਾ ਸਾਰਾ ਮੁੱਦਾ ਹੈਗਾ, ਇਹਨੂੰ ਬਹੁਤ ਹਮਦਰਦੀ ਦੇ ਨਾਲ ਔਰ ਬਹੁਤ ਧਿਆਨ ਦੇ ਨਾਲ ਵਿਚਾਰਨ ਦੀ ਲੋੜ ਹੈਗੀ ਹੈ। ਗਵਰਨਮੈਂਟ ਆਫ ਇੰਡੀਆ ਨੂੰ ਵੀ ਆਪਣਾ ਹੱਥ ਛੱਡਣਾ ਚਾਹੀਦਾ ਹੈ ਔਰ ਸਾਰਿਆਂ ਨੂੰ ਰਲ ਮਿਲ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਜੀ। ਰਾਸ਼ਟਰ ਜੀ, ਪਾਰਲੀਮੈਂਟ ਦਾ ਸੈਸ਼ਨ ਜਿੱਦਾਂ ਆਪਾਂ ਕਹਿ ਰਹੇ ਆ ਰਿਹਾ, ਤੁਸੀਂ ਲੰਬੇ ਸਮੇਂ ਤੋਂ ਵਿਧਾਨ ਸਭਾਵਾਂ ਨੂੰ ਵੀ ਕਵਰ ਕਰਦੇ ਆ ਰਹੇ ਹੋ ਕਿ ਬਹੁਤ ਵੱਡਾ ਮੌਕਾ ਹੁੰਦਾ, ਚਾਹੇ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ ਹੋਵੇ। ਜੇ ਗੱਲਬਾਤ ਕਿਸਾਨਾਂ ਨਾਲ ਕਿਸੇ ਸਿਰੇ ਨਹੀਂ ਲੱਗੀ ਤਾਂ ਪਾਰਲੀਮੈਂਟ ਦੇ ਮੌਕੇ ਨੂੰ ਇਸਤੇਮਾਲ ਕਰਕੇ ਕੇਂਦਰ ਸਰਕਾਰ ਨੂੰ ਇੱਥੇ ਕੋਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਪਾਰਲੀਮੈਂਟ ਦੇ ਅੰਦਰ ਹੀ ਕੋਈ ਡਿਸੀਜਨ ਲਿਆ ਜਾ ਸਕਦਾ ਹੈ ਦੂਜੀਆਂ ਪੋਲੀਟੀਕਲ ਪਾਰਟੀ ਨਾਲ ਵਿਚਾਰ ਚਰਚਾ ਕਰਕੇ। ਕਿਵੇਂ ਦੇਖਦੇ ਹੋ ਇਸ ਮੌਕੇ ਨੂੰ ਨਹੀਂ ਗਵਾਉਣਾ ਚਾਹੀਦਾ? ਬਿਲਕੁਲ ਜਗਤਾਰ ਜੀ, ਇਹਨਾਂ ਨੂੰ ਏਦਾਂ ਕਰਨਾ ਚਾਹੀਦਾ ਹੈ, ਇਸ ਮਾਮਲੇ ਨੂੰ ਜ਼ਿਆਦਾ ਲਟਕੇ ਨਹੀਂ ਦੇਣਾ ਚਾਹੀਦਾ ਹੈ। ਇਹ ਜਿਹੜਾ ਸਾਰਾ ਜਿਹੜਾ ਇੱਕ ਸਿਆਪਾ ਪਿਆ ਵਾ ਇਸੇ ਕਰਕੇ ਪਿਆ ਹੈ ਕਿ ਸਰਕਾਰ ਜਿਹੜੀ ਹੈ ਉਹਦੀ ਹਰ ਕੋਸ਼ਿਸ਼ ਸੀ ਕਿ ਇਹਨੂੰ ਲਟਕਾਓ, ਜਿੰਨਾ ਜੇ ਕਿਸਾਨਾਂ ਨੂੰ ਥਕਾਓ ਔਰ ਕੇ ਖਾਲੀ ਹੱਥ ਭਰ ਭੇਜ ਦਿਓ। ਲੇਕਿਨ ਮੈਂ ਸਮਝਦਾ ਕਿ ਉਨ ਦੋਨੋਂ ਧਿਰਾਂ ਦੇ ਵਿੱਚ ਨਾ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ। ਸੌਰੀ, ਜਿਸ ਤਰ੍ਹਾਂ ਕਿ ਕਿਸਾਨਾਂ ਦੇ ਕੁਝ ਜਥੇਬੰਦੀਆਂ ਨੇ ਪਹਿਲੇ ਇਹ ਕਿਹਾ ਸੀ ਕਿ ਜੀ ਅਗਲੇ ਇਲੈਕਸ਼ਨਾਂ ਤੱਕ ਇਹਨੂੰ ਸਸਪੈਂਡ ਕਰ ਦਿਓ, ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਬਣੇਗੀ ਉਹਨੂੰ ਦੇਖ ਲਏਗੀ। ਹੁਣ ਮੋਦੀ ਸਰਕਾਰ ਪਹਿਲੇ ਹੀ ਕਹਿਣ ਲੱਗ ਪਈ ਹੈ ਕਿ ਜੀ 1.5 ਸਾਲ ਲਈ ਤਾਂ ਅਸੀਂ ਸਸਪੈਂਡ ਕਰਨ ਨੂੰ ਤਿਆਰ ਹੈ। ਹੁਣ ਇਹ ਦੇਖੋ ਕਿ ਇਲੈਕਸ਼ਨ ਉਹਨੂੰ ਦੇ ਕੇ ਨਹੀਂ ਰਹਿ ਗਈ ਹੈ 3 ਸਾਲ, ਅੱਜ 2021 ਹੋ ਗਿਆ, 24 ਦੇ ਵਿੱਚ ਇਲੈਕਸ਼ਨ ਹੈ, ਤਾਂ ਕਿ ਇਹ ਦੋਨਾਂ ਦੇ ਵਿੱਚ ਕੋਈ ਵਿਚਲਾ ਕਰਕੇ ਕਹਿ ਦੇਣ ਕਿ ਅਗਲੇ ਇਲੈਕਸ਼ਨ ਤੱਕ ਅਸੀਂ ਸਸਪੈਂਡ ਕਰਦੇ ਹਾਂ ਔਰ ਇਨ ਦੀ ਮੇਨ ਟਾਈਮ ਆਪਾਂ ਰਿਵਿਊ ਕਰ ਲਾਂਗੇ ਕੀ ਗੱਲ ਹੈ। ਤੀਜੀ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਔਰ ਇਸ ਅੰਦੋਲਨ ਦੇ ਇੰਨੀ ਵੱਡੀ ਜਿਹਦੇ ਜ਼ਰੀਏ ਇੰਨੀ ਵੱਡੀ ਲਹਿਰ ਖੜੀ ਹੋਈ ਹੈ ਉਹਦਾ ਫਾਇਦਾ ਉਠਾ ਕੇ ਕਈ ਐਲੀਮੈਂਟ ਤਿਆਰ ਸੀ ਔਰ ਇਹਨਾਂ ਐਲੀਮੈਂਟਾਂ ਦੇ ਵਿੱਚ ਜਿਹੜੇ ਆਪਾਂ ਜੋ ਉਦੋਂ ਲਾਲ ਕਿਲੇ ਤੇ ਪਹੁੰਚੇ ਉਹਨਾਂ ਦਾ ਨਜ਼ਾਰਾ ਅਸੀਂ ਦੇਖ ਲਿਆ। ਹੁਣ ਇਹ ਜਿਹੜਾ ਸਵਾਲ ਉੱਠ ਰਿਹਾ ਹੈ ਕਿ ਜੀ ਉਹਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਨਹੀਂ ਗਿਆ। ਹੁਣ ਦੇਖੋ ਇਸ ਤੋਂ ਵੀ ਗੱਲ ਬੜੀ ਕਲੀਅਰ ਹੈ ਕਿ ਪੁਲਿਸ ਨੂੰ ਇਹ ਸਖਤ ਨਿਰਦੇਸ਼ ਸੀ ਕਿ ਵੀ ਤੁਸੀਂ ਕਨਫਰੰਟੇਸ਼ਨ 'ਚ ਇਹਨਾਂ ਦਾ ਨਹੀਂ ਆਉਣਾ। ਗੋਲੀ ਦਾ ਤਾਂ ਖੈਰ ਸਵਾਲ ਨਹੀਂ ਪੈਦਾ ਹੁੰਦਾ, ਨਹੀਂ ਆਉਂਦਾ, ਤੁਸੀਂ ਕੋਸ਼ਿਸ਼ ਕਰੋ ਲਾਠੀ ਲੁੱਠੀ ਜਾਂ ਹੋਰ ਹੱਥ ਜੋੜ ਕੇ ਪੁਲਿਸ ਵਾਲੇ ਕਈ ਜਗ੍ਹਾ ਖੜੇ ਰਹੇ ਹੈ, ਕਈ ਜਗ੍ਹਾ ਉਹ ਘਿਰੇ ਵੀ ਹੈ। ਉਹਨਾਂ ਦੇ ਵੀਡੀਓ ਉਹਨਾਂ ਦੀ ਫੋਟੋਆਂ ਆਪਾਂ ਸਾਰੀਆਂ ਅਵੇਲੇਬਲ ਹੈ, ਆਪਾਂ ਸਾਰਿਆਂ ਨੇ ਦੇਖੀਆਂ। ਇਸ ਤੋਂ ਗੱਲ ਬੜੀ ਕਲੀਅਰ ਹੈ ਕਿ ਉਹਨਾਂ ਦੇ ਹੱਥ ਜਿਹੜੇ ਹੈ ਸਰਕਾਰ ਨੇ ਬੰਨੇ ਸੀ ਕਿ ਤੁਸੀਂ ਕਿਸੇ ਵੀ ਸੂਰਤ 'ਚ ਉਹਨਾਂ ਨਾਲ ਭਿੜਨਾ ਨਹੀਂ ਹੈ। ਇਸੇ ਗੱਲ ਦਾ ਫਾਇਦਾ ਉਠਾ ਕੇ ਆਹ ਜਿਹੜੇ ਐਲੀਮੈਂਟ ਹੈ ਉਹਨਾਂ ਨੇ ਤੋੜ ਤਾੜ ਕੇ ਜਿਹੜੇ ਜਿਹਨੂੰ ਵੀ ਸਾਹਮਣੇ ਆਏ, ਚਾਹੇ ਉਹ ਇਹ ਆਪਣਾ ਉੱਥੇ ਕਰੇਨ ਲੱਗੀਆਂ ਸੀ, ਚਾਹੇ ਉੱਥੇ ਟ੍ਰੇਲਰ ਲੱਗੇ ਹੋਏ ਸੀ, ਚਾਹੇ ਉਹ ਰੋਡ ਬਲੌਕ ਸੀ, ਉਹ ਸਾਰੇ ਟਰੈਕਟਰਾਂ ਖਿੱਚ ਖਿਚਾ ਕੇ ਉਹਨਾਂ ਨੂੰ ਭੰਨ ਕੇ ਅੱਗੇ ਗਏ। ਔਰ ITO ਜਿਹੜਾ ਹੈ ਨਾ ਜੀ, ਜਿੱਥੇ ਹਰਕੰਵਲ ਜੀ ਨੇ ਗੱਲ ਕੀਤੀ ਹੈ, ਉਹ ਮੇਰੇ ਖਿਆਲ ਪੁਲਿਸ ਦੀ ਲਾਸਟ ਲਾਈਨ ਆਫ ਡਿਫੈਂਸ ਸੀ, ਕਿਉਂਕਿ ਉਸ ਤੋਂ ਅੱਗੇ ਜਿਹੜਾ ਸੀ ਉਹ ਲਾਲ ਕਿਲੇ ਤੋਂ ਲੈ ਕੇ ਇੱਥੇ ਤੱਕ ਪਰੇਡ ਰੰਗਣੀ ਸੀ, ਉਹ ਏਰੀਆ ਸਾਰਾ ਉਹਨਾਂ ਨੇ ਸੈਨੀਟਾਈਜ਼ ਕੀਤਾ ਸੀ। ਇਹ ਸਾਰੀਆਂ ਗੱਲਾਂ ਦਿੱਲੀ ਪੁਲਿਸ ਉਹ ਕਹਿ ਰਹੀ ਹੈ, ਤੇ ਉੱਥੇ ਆ ਕੇ ਉਹਨੂੰ ਰੋਕਿਆ। ਉਸ ਤੋਂ ਬਾਅਦ ਉਧਰ ਨੂੰ ਦਿੱਲੀ ਵਾਲੇ ਪਾਸੇ ਉਹ ਲਾਲ ਕਿਲੇ ਵਾਲੇ ਪਾਸੇ ਡਿਵਰਟ ਹੋ ਗਏ, ਅੱਗੇ ਮੈਦਾਨ ਸਾਫ਼ ਗਏ, ਅਗਲੇ ਜਾ ਕੇ ਚੜ੍ਹ ਗਏ। ਉੱਥੇ ਜਾ ਕੇ ਉਹਨੂੰ ਰੋਕਣ ਦਾ ਇੱਕੋ ਹੀ ਤਰੀਕਾ ਸੀ ਕਿ ਜਾਂ ਤਾਂ ਉੱਥੇ ਵੀ ਲਾਠੀਆਂ ਵੱਜਣ ਜਾਂ ਗੋਲੀ ਚੱਲੇ। ਉਹਦੇ ਨਾਲ ਉਹ ਕਿਸੇ ਵੀ ਸੂਰਤ ਵਿੱਚ ਉਹ ਸਰਕਾਰ ਇਸ ਲਈ ਕੰਮ ਲਈ ਤਿਆਰ ਨਹੀਂ ਸੀ। ਇਸੇ ਕਰਕੇ ਉਹਨਾਂ ਨੇ ਆਪਣਾ ਜੋ ਗਮੋ ਗੁੱਸਾ ਸੀ ਉਹ ਝੰਡਾ ਚੜਾ ਕੇ ਆਪਣਾ ਪੂਰਾ ਕਰ ਲਿਆ ਔਰ ਉਹ ਕਾਰਵਾਈ ਪਾ ਕੇ ਵਾਪਸ ਆ ਗਏ। ਹੁਣ ਇਹਦਾ ਕਿਸ ਨੂੰ ਕੀ ਨੁਕਸਾਨ ਹੋਇਆ, ਕਿਸ ਨੂੰ ਕੀ ਫਾਇਦਾ ਹੋਇਆ, ਉਹ ਆਪਾਂ ਉਹੀ ਬੈਠੇ ਹੁਣ ਆਪਾਂ ਡਿਬੇਟ ਕਰ ਰਹੇ ਹਾਂ। ਲੇਕਿਨ ਮੈਂ ਸਮਝਦਾ ਹਾਂ ਕਿ ਜਿੱਥੇ ਇੱਕ ਪਾਸੇ ਸਰਕਾਰ ਨੂੰ ਅਕਲਮੰਦੀ ਦਿਖਾਉਣੀ ਚਾਹੀਦੀ ਹੈ ਔਰ ਇਸ ਮੁੱਦੇ ਨੂੰ ਜਲਦੀ ਖਤਮ ਕਰਨਾ ਚਾਹੀਦਾ ਹੈ, ਦੂਜੇ ਪਾਸੇ ਕਿਸਾਨ ਆਗੂਆਂ ਨੂੰ ਵੀ ਆਪਣੀ ਅਸਲੀ ਸਟਰੈਂਥ, ਆਪਣਾ ਅਸਲੀ ਕੰਟਰੋਲ ਜਿਹੜਾ ਹੈ ਉਹ ਪਛਾਣਦੇ ਹੋਏ ਠੀਕ ਦਾਇਰੇ ਵਿੱਚ ਮਿਡਲ ਕੋਰਸ ਅਡਾਪਟ ਕਰਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਉਣਾ ਚਾਹੀਦਾ ਹੈ। ਜੀ ਧਾਲੀਵਾਲ ਸਾਹਿਬ, ਜਿੱਥੇ ਪ੍ਰਾਸ਼ੀ ਜੀ ਨੇ ਲਿਆ ਕੇ ਗੱਲ ਛੱਡੀ ਹੈ
ਆਪਾਂ ਗੱਲ ਕਰਦੇ ਹਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ, MSP ਦਾ ਮੁੱਦਾ ਹੈਗਾ। ਤੁਸੀਂ ਲੰਬੇ ਸਮੇਂ ਤੋਂ ਬਹੁਤ ਕੁਝ ਲਿਖਿਆ ਇਹਦੇ ਵਾਸਤੇ, ਕਵਰ ਕਰਦੇ ਆ ਰਹੇ ਹੋ। ਕੀ ਲੱਗਦਾ ਕਿ ਹੁਣ ਇਹ ਮਾਮਲੇ ਤੇ ਕੋਈ ਸਹਿਮਤੀ ਬਣ ਸਕਦੀ ਹੈ? ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਉਰੇ ਵੀ ਕੋਈ ਮਾਮਲਾ ਨਿਬੜ ਸਕਦਾ ਹੈ ਪਾਰਲੀਮੈਂਟ ਦੇ ਅੰਦਰ ਜਾਂ ਕਿਸਾਨ ਜਥੇਬੰਦੀਆਂ ਨਾਲ? ਬਿਲਕੁਲ ਨਿਪਟ ਸਕਦਾ ਜੀ। ਦੇਖੋ, ਲੋਕ ਰਾਜ ਹੈਗਾ, ਲੋਕ ਰਾਜ ਦੇ ਵਿੱਚ ਅਖੀਰ ਜ਼ਿੰਮੇਵਾਰੀ ਸਰਕਾਰ ਦੀ ਬਣ ਜਾਂਦੀ ਹੈ, ਹਨਾ। ਅਖੀਰ ਸਰਕਾਰ ਨੂੰ ਹੀ ਸੁਲਝਾਉਣਾ ਪੈਂਦਾ ਮਸਲਾ, ਸਰਕਾਰ ਹੀ ਸੁਲਝਾਏਗੀ ਇਸ ਮਸਲੇ ਨੂੰ। ਤੇ ਮੇਰਾ ਖਿਆਲ ਹੈ ਕਿ ਜਿਵੇਂ ਪ੍ਰਾਸ਼ਰ ਜੀ ਨੇ ਕਿਹਾ ਕਿ ਸਿਆਣਪ ਇਸ ਗੱਲ ਵਿੱਚ ਹੀ ਹੋਏਗੀ ਕਿ ਜਿੰਨਾ ਜਲਦੀ ਤੋਂ ਜਲਦੀ ਇਸ ਗੱਲ ਨੂੰ ਨਿਬੇੜਿਆ ਜਾਵੇ ਉਹ ਬਹੁਤ ਬਿਹਤਰ ਰਹੇਗਾ, ਕਿਉਂਕਿ ਗੱਲ ਜਿੰਨੀ ਹੋਰ ਲਮਕੇਗੀ ਤਾਂ ਜਿਹੜੀਆਂ ਸ਼ਾਂਤੀਪੂਰਵਕ ਜਿਹੜੇ ਐਜੀਟੇਸ਼ਨ ਚਲਾ ਰਹੇ ਨੇ ਉਹ ਕਮਜ਼ੋਰ ਹੋਣਗੇ ਤੇ ਦੂਸਰੀਆਂ ਧਿਰਾਂ ਹੋਰ ਅੱਗੇ ਆ ਜਾਣਗੀਆਂ। ਕਿਉਂਕਿ ਜਿੰਨੀ ਗੱਲ ਲਮਕਦੀ ਜਾਂਦੀ ਹੈ ਉਹਦੇ ਨਾਲ ਲੋਕਾਂ ਵਿੱਚ, ਤਾਂ ਮੈਂ ਪਹਿਲਾਂ ਵੀ ਗੱਲ ਜਿਹੜੀ ਕਹੀ ਸੀ ਕਿ ਫਰਸਟ੍ਰੇਸ਼ਨ ਆ ਜਾਂਦੀ ਹੈ। ਜਦੋਂ ਫਰਸਟ੍ਰੇਸ਼ਨ ਆ ਜਾਂਦੀ ਹੈ ਫਿਰ ਜਜ਼ਬਾਤ ਭੜਕ ਜਾਂਦੇ ਨੇ, ਗਰਮਾ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਕਹਿੰਦਾ ਗੱਲ ਕਿਸੇ ਪਾਸੇ ਨੂੰ ਹੋਰ ਚਲੀ ਜਾਂਦੀ ਹੈ। ਤੇ ਸਰਕਾਰ ਨੂੰ ਚਾਹੀਦਾ, ਮੇਰਾ ਖਿਆਲ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬਹਿ ਕੇ ਜਿਹੜੇ 4-5 ਸੀਨੀਅਰ ਮੰਤਰੀ ਹੈਗੇ, 5-7 ਸਿਰੇ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ। ਨਾ ਹੀ ਸਰਕਾਰ ਇਹਦੇ ਵਿੱਚ ਕੋਈ ਸਰਕਾਰ ਦੀ ਹੇਠੀ ਨਹੀਂ ਹੈਗੀ। ਮੇਰਾ ਖਿਆਲ ਹੈ ਜੇ ਸਰਕਾਰ ਸਮਝਦੀ ਹੋਵੇ ਵੀ ਜੇ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਤਾਂ ਕੋਈ ਸਰਕਾਰ ਦੀ ਬੇਇੱਜ਼ਤੀ ਹੋਏਗੀ ਜਾਂ ਸਰਕਾਰ ਨੂੰ ਕੋਈ ਸਿਆਸੀ ਤੌਰ ਤੇ ਨੁਕਸਾਨ ਹੋਏਗਾ। ਮੇਰਾ ਖਿਆਲ ਹੈ ਕਿ ਮੈਂ ਇਹ ਗੱਲ ਨਾਲ ਸਹਿਮਤ ਨਹੀਂ ਹੈਗਾ। ਮੈਨੂੰ ਲੱਗਦਾ ਕਿ ਸਰਕਾਰ ਦੀ ਸੰਗਾ ਹੋ ਸਕਦਾ ਕਿ ਸਰਕਾਰ ਨੂੰ ਇਹਦਾ ਐਡਵਾਂਟੇਜ ਹੀ ਮਿਲੇ, ਉਹਨੂੰ ਫਾਇਦਾ ਹੀ ਹੋਵੇ ਸਰਕਾਰ ਨੂੰ। ਲੋਕ ਰਾਜ ਵਿੱਚ ਸਰਕਾਰਾਂ ਨੇ ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ। ਜਦੋਂ ਲੋਕ ਇਤਰਾਜ਼ ਕਰਦੇ ਨੇ, ਤੁਸੀਂ ਦੇਖਿਆ ਹੋਣਾ ਕਿ ਕਈ ਪੋਲੀਟੀਕਲ ਬੰਦੇ ਤਾਂ ਇਹੋ ਜਿਹੇ ਹੁੰਦੇ, 4 ਬੰਦੇ ਵੀ ਵਿਰੋਧ ਕਰ ਦੇਣ ਨਾ ਉੱਠ ਕੇ, ਤਾਂ ਉਹਨਾਂ ਦੀ ਗੱਲ ਸੁਣ ਕੇ ਗੱਲ ਨੂੰ ਟਾਲਦੇ ਵੀ ਠੀਕ ਆ ਯਾਰ ਤੁਸੀਂ ਕਹਿਤਾ ਹੈ, ਅਸੀਂ ਇਹ ਗੱਲ ਕਰਦੇ ਨਹੀਂ ਹੈਗੇ। ਆਮ ਤੌਰ ਤੇ ਆਪਾਂ ਪਹਿਲਾਂ ਪੁਰਾਣਾ ਦੇਖਿਆ ਹੈ। ਤੇ ਹੁਣ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ, ਦੇਖੋ 22 ਸਟੇਟਾਂ ਵਿੱਚ 26 ਤਰੀਕ ਨੂੰ ਜਾਂ 26 ਤੋਂ ਪਹਿਲਾਂ 25 ਤਰੀਕ ਨੂੰ ਮੁਜ਼ਾਹਰੇ ਹੋਏ ਨੇ। ਇਕੱਲੇ ਪੰਜਾਬ ਇੱਥੇ ਨਹੀਂ ਹੋਏ, ਦਿੱਲੀ ਨਹੀਂ ਹੋਏ, 22 ਸਟੇਟਾਂ ਵਿੱਚ, ਰਾਜਧਾਨੀਆਂ ਵਿੱਚ ਹੋਏ, ਵੱਡੇ ਵੱਡੇ ਸ਼ਹਿਰਾਂ ਵਿੱਚ ਹੋਏ, ਬੰਬੇ ਵਿੱਚ ਹੋਇਆ, ਕਰਨਾਟਕਾ ਬੰਗਲੌਰ ਵਿੱਚ ਹੋਇਆ, ਹੋਰ ਤਾਂ ਮਹਾਰਾਸ਼ਟਰ ਵਿੱਚ ਹੋਇਆ ਹੈ। ਮਹਾਰਾਸ਼ਟਰ ਦੇ ਤਾਂ ਬੰਦੇ 5000 ਬੰਦਾ ਉੱਥੇ ਆਇਆ ਵੀ ਹੋਇਆ ਹੈ। ਆਪਣਾ ਮੱਧ ਪ੍ਰਦੇਸ਼ ਵਿੱਚੋਂ ਬਹੁਤ ਸਾਰੇ ਲੋਕ ਆਏ ਹੋਏ ਨੇ। ਸੋ ਜਦੋਂ ਸਾਰੇ ਦੇਸ਼ ਵਿੱਚ ਇੱਕ ਇਸ ਤਰ੍ਹਾਂ ਦਾ ਸੈਂਟੀਮੈਂਟ ਹੈਗਾ ਤਾਂ ਇਹਦਾ ਲੱਗਦਾ ਹੈ ਕਿ ਸਰਕਾਰ ਨੂੰ ਇਸ ਗੱਲ ਦੀ ਸੋਚਣੀ ਚਾਹੀਦੀ ਹੈ ਕਿ ਕਿਸਾਨੀ ਵਿੱਚ ਜਿਹੜਾ ਕਿਸਾਨੀ ਵਰਗ ਹੈਗਾ, ਮਜ਼ਦੂਰ ਵਰਗ ਹੈਗਾ, ਕਿਸਾਨੀ ਨਾਲ ਜੁੜਿਆ ਹੋਇਆ ਮਜ਼ਦੂਰ ਵਰਗ ਹੈਗਾ, ਉਹਦੇ ਵਿੱਚ ਕੋਈ ਬਹੁਤ ਵੱਡੀ ਬੇਚੈਨੀ ਹੈਗੀ। ਇਸ ਤਰ੍ਹਾਂ ਦੇ ਮੁਜ਼ਾਹਰੇ ਕਿਉਂ ਹੋ ਰਹੇ ਨੇ? ਠੀਕ ਹੈ, ਪੰਜਾਬ ਦਾ ਤੇ ਹਰਿਆਣੇ ਦਾ ਤਾਂ MSP ਦਾ ਰੌਲਾ ਹੈਗਾ। ਇੱਥੇ ਮੰਡੀ ਸਿਸਟਮ ਵਧੀਆ ਬਣਿਆ ਹੋਇਆ ਹੈ, ਇਹ ਤਾਂ ਇਹ ਡਰ ਹੈ ਕਿ ਇਹ ਨਾ ਕਲੈਪਸ ਹੋ ਜੇ। ਪਰ ਦੂਜੇ ਰਾਜਾਂ ਵਿੱਚ ਵੀ ਕਿਸਾਨ ਮੁਜ਼ਾਹਰੇ ਕਰ ਰਹੇ ਨੇ। ਤਾਂ ਉਹਨੂੰ ਦੇਖ ਕੇ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਸਾਰਾ ਕੁਝ ਕਿਉਂ ਹੋ ਰਿਹਾ ਹੈ। ਸਰ ਮੈਂ ਇੱਕ ਸਵਾਲ ਧਾਲੀਵਾਲ ਸਾਹਿਬ ਇੱਕ ਸਵਾਲ ਲੈਣਾ ਚਾਹੁੰਦਾ ਤੁਹਾਡੇ ਤੋਂ। ਜਦੋਂ ਤੁਸੀਂ ਕਹਿ ਰਹੇ ਹੋ ਕਿ ਸਾਰੇ ਦੇਸ਼ ਦਾ, ਤੁਸੀਂ ਜ਼ਿਕਰ ਕੀਤਾ ਕਿ ਕਿੱਦਾਂ 22 ਰਾਜਾਂ 'ਚ ਵੱਖਰੇ ਵੱਖਰੇ ਤੌਰ ਤੇ ਮੁਜ਼ਾਹਰੇ ਹੋਏ ਹੈ, ਧਰਨੇ ਹੋਏ ਹੈ, ਪਰ ਇਹ ਕੀ ਅਪਰੋਚ ਹੈ ਕਿ ਖੇਤੀ ਮੰਤਰੀ ਜਦੋਂ ਵੀ ਬੋਲਦੇ ਆ ਤੋਮਰ ਜੀ ਤਾਂ ਇਹੀ ਕਹਿੰਦੇ ਆ ਬੜੀ ਮੁਸ਼ਕਿਲ ਨਾਲ, ਪਹਿਲਾਂ ਤਾਂ ਪੰਜਾਬ ਉਹਨਾਂ ਦੇ ਮੂੰਹ ਚੋਂ ਨਿਕਲਦਾ, ਪੰਜਾਬ, ਇੱਕ ਅੱਧ ਸਟੇਟ ਕੋਈ ਹੋਰ, ਬਸ ਇੱਥੋਂ ਤੱਕ ਹੀ ਹੈ। ਬਾਕੀ ਤਾਂ ਕਹਿੰਦਾ ਸਾਰਾ ਦੇਸ਼ ਦਾ ਜਿਹੜਾ ਕਿਸਾਨ ਆ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੜਾ। ਇੱਦਾਂ ਦੀ ਜਿਹੜੀ ਪੋਲੀਟਿਕਸ ਜਿਹੜੀ ਕਿਸਾਨਾਂ ਨਾਲ ਖੇਡੀ ਜਾ ਰਹੀ ਹੈ, ਕਿਤੇ ਧਾਲੀਵਾਲ ਸਾਹਿਬ ਉਹਦਾ ਵੀ ਨੁਕਸਾਨ ਹੈ। ਜੇ ਖੇਤੀ ਮੰਤਰੀ ਇਦਾਂ ਦੇ ਬਿਆਨ ਦੇਗਾ ਤਾਂ ਕਿਵੇਂ ਹੱਲ ਹੋਏਗਾ ਮਸਲੇ ਦਾ? ਦੇਖੋ, ਸ਼ੁਰੂ ਵਿੱਚ ਇੱਕ ਸਟ੍ਰੈਟਜੀ ਸੀਗੀ ਸਰਕਾਰ ਦੀ ਕਿ ਪੰਜਾਬ ਨੂੰ ਇਹਨੂੰ ਸਾਰੀ ਗੱਲ ਚੋਂ ਆਈਸੋਲੇਟ ਕਰਕੇ ਇਕੱਲਾ ਪੰਜਾਬ ਦਾ ਨਾਂ ਹੀ ਲਿਆ ਜਾਵੇ ਤਾਂ ਕਿ ਬਹੁਤ ਹੀ ਇਹਨੂੰ ਸਟਰੈਂਥ ਨਾ ਮਿਲ ਸਕੇ। ਪੰਜਾਬ ਦੇ ਲੋਕ ਹੀ ਰੌਲਾ ਪਾ ਰਹੇ ਨੇ। ਪਰ ਤੁਸੀਂ 23-24 ਨੂੰ ਅਸੀਂ ਉੱਥੇ ਗਏ ਸੀਗੇ ਤੇ 23-24 ਨੂੰ ਮੇਰਾ ਖਿਆਲ ਹੈ ਕਿ ਜੋ ਮੈਂ ਉੱਥੇ ਦੇਖਿਆ, ਹਰਿਆਣੇ ਦੀ ਗਿਣਤੀ ਕਿਤੇ ਪੰਜਾਬ ਦੇ ਕਿਸਾਨਾਂ ਨਾਲੋਂ ਵੱਧ ਸੀਗੀ। 23-24 ਨੂੰ ਇੰਨੇ ਕਿਸਾਨ ਹਰਿਆਣੇ ਦੇ ਆ ਚੁੱਕੇ ਸੀਗੇ ਉੱਥੇ। ਤੇ ਹਰਿਆਣੇ ਦੇ ਜਿਹੜੇ ਕਿਸਾਨ ਨੇ, ਖਾਸ ਕਰਕੇ ਉੱਥੋਂ ਦਾ ਯੂਥ ਹੈ, ਉਹ ਪੰਜਾਬ ਦੇ ਯੂਥ ਨਾਲੋਂ ਵੀ ਜ਼ਿਆਦਾ ਅਗਰੈਸਿਵ ਹੈ। ਉੱਥੇ ਜੇ ਤੁਸੀਂ ਦੇਖੋ, ਉਹਨਾਂ ਦੀ ਗੱਲਬਾਤ ਸੁਣੋ, ਉਹਨਾਂ ਦੀ ਗੱਲਬਾਤ ਕਰੋ, ਉਹਨਾਂ ਦੇ ਬਜ਼ੁਰਗਾਂ ਨਾਲ ਗੱਲਬਾਤ ਕਰੋ। ਪੰਚਾਇਤਾਂ ਦੀਆਂ ਪੰਚਾਇਤਾਂ ਉੱਥੇ ਬੈਠੀਆਂ ਨੇ, ਉਹਨਾਂ ਨੇ ਆਪਣੇ ਆਪਣੇ ਟੈਂਟ ਲਾਏ ਹੋਏ ਨੇ। ਤੁਸੀਂ ਜੇ ਉਹਨਾਂ ਨਾਲ ਗੱਲ ਕਰੋ ਤਾਂ ਉਹ ਜ਼ਿਆਦਾ ਅਗਰੈਸਿਵ ਨੇ। ਉਹ ਕਹਿੰਦੇ ਵੀ ਅਸਾਂ ਜਾਣਦੇ ਨਹੀਂ ਜਿੰਨਾ ਚਿਰ ਆਪਣਾ ਕਾਨੂੰਨ ਖਤਮ ਨਹੀਂ ਹੁੰਦੇ। ਇਸ ਤਰ੍ਹਾਂ ਟਕੈਤ ਸਾਹਿਬ ਦਾ ਤੁਸੀਂ ਸਟੈਂਡ ਦੇਖੇ ਹੋਣਾ। ਕੱਲ੍ਹ ਟਕੈਤ ਸਾਹਿਬ ਨੇ ਵੀ ਪੂਰਾ ਸਟੈਂਡ ਲਿਆ ਕਿ ਨਹੀਂ ਅਸੀਂ ਭਾਵੇਂ ਜੋ ਕੁਛ ਵੀ ਹੋ ਗਿਆ ਹੈ ਪਰ ਅਸੀਂ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਜਾਣਾ ਹੈਗਾ, ਅਸੀਂ ਐ ਨਹੀਂ ਭੱਜਣ ਵਾਲੇ। ਅਸੀਂ ਜੋ FIR ਸਾਡੇ ਤੇ ਦਰਜ ਹੋਈਆਂ ਅਸੀਂ ਉਹ ਵੀ ਚੱਲਾਂਗੇ, ਪਰ ਸਾਡਾ ਸੰਘਰਸ਼ ਵੀ ਜਾਰੀ ਰਹੇਗਾ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਗੱਲ ਵੱਡੀ ਹੈਗੀ। ਜੇ ਪੰਜਾਬ ਤੇ ਹਰਿਆਣੇ ਦੇ
ਲੋਕਾਂ ਤੋਂ ਇਲਾਵਾ ਯੂਪੀ ਦੇ ਲੋਕ ਵੀ ਉੱਥੇ ਐਡੀ ਪੱਧਰ ਤੇ ਆਏ ਹੋਏ ਨੇ, ਉੱਤਰਾਖੰਡ ਦੇ ਲੋਕ ਵੀ ਆਏ ਹੋਏ ਨੇ, ਬਾਕੀ ਆਪਾਂ ਬੰਬੇ ਵਗੈਰੇ ਸ਼ਾਇਦ ਬੰਬੇ ਜਾਂ ਹੋਰ ਰਾਜਾਂ 'ਚ ਵੀ ਆਪਾਂ ਦੇਖ ਰਹੇ ਹਾਂ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਕਿ ਕੋਈ ਇਹੋ ਜਿਹਾ ਕਮਿਸ਼ਨ ਬਣਾਵੇ ਕਿ ਕਿਸਾਨਾਂ ਦੀ ਟੋਟਲ ਜਿਹੜੀ ਪ੍ਰੋਬਲਮਾਂ ਹੈਗੀਆਂ ਸਾਰੀਆਂ ਉਹ ਸਮੁੱਚੀ ਤੌਰ ਤੇ ਸਟੱਡੀ ਕਰਕੇ ਉਹਨਾਂ ਨੂੰ ਜਿੱਥੇ ਜਿੱਥੇ ਕੋਈ ਪ੍ਰੋਬਲਮ ਹੈਗੀ, ਕਿਤੇ ਕਿਤੇ ਕੋਈ ਸਮੱਸਿਆ ਹੈਗੀ ਕਿਸਾਨਾਂ ਦੀ, ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰੇ, ਜੋ ਕੇਂਦਰ ਸਰਕਾਰ ਕਰ ਸਕਦੀ ਹੈ। ਬਾਕੀ ਉਹ ਰਾਜਾਂ ਨੂੰ ਕਹਿ ਸਕਦੀ ਹੈ, ਰਾਜ ਸਰਕਾਰਾਂ ਨੂੰ, ਕਿ ਤੁਹਾਡੀਆਂ ਸਾਨੂੰ ਤੁਸੀਂ ਆਪਣੇ ਪੱਧਰ ਤੇ ਸਮੱਸਿਆਵਾਂ ਹੱਲ ਕਰ ਸਕਦੇ ਹੋ। ਜੇ ਫਰਜ਼ ਕਰੋ ਇੱਕ ਵੇਲੇ, ਮੈਂ ਬਸ ਇੱਕ ਸੈਕਿੰਡ ਲੈਣਾ ਤੁਹਾਡਾ, ਇੱਕ ਵੇਲੇ ਇਹ ਗੱਲ ਵੀ ਆਈ ਸੀ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਯਾਰ ਅਸੀਂ ਆਪਣੇ ਕਾਨੂੰਨ ਇਹ ਵਿਡਰਾ ਕਰਦੇ ਹਾਂ, ਜਿਹੜੀ ਸਟੇਟ ਜਿਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੁੰਦੀ ਹੈ ਬਣਾ ਲੇ, ਅਸੀਂ ਅਪਰੂਵਲ ਪਰ ਰਾਸ਼ਟਰਪਤੀ ਸਾਹਿਬ ਤੋਂ ਲੈ ਕੇ ਦੇ ਦਿਆਂਗੇ ਉਹਨਾਂ ਨੂੰ। ਮਤਲਬ ਇੱਕ ਸਟੇਟ ਇਹ ਗੱਲ ਚੱਲੀ ਸੀਗੀ, ਪਰ ਉਹ ਫਿਰ ਗੱਲ ਵਿੱਚ ਹੀ ਰੁਕ ਗਈ ਜੀ। ਓਕੇ, ਥੈਂਕ ਯੂ। ਪ੍ਰਾਸ਼ਾ ਜੀ, ਤੁਸੀਂ ਆਪਣਾ ਕਮੈਂਟ ਦੇਣਾ ਚਾਹੁੰਦੇ ਸੀ? ਹਾਂ ਜਗਤਾਰ ਜੀ, ਤੁਸੀਂ ਗੱਲ ਕੀਤੀ ਸੀ ਕਿ ਕ੍ਰਿਸ਼ੀ ਮੰਤਰੀ ਜਿਹੜਾ ਨਰਿੰਦਰ ਤੋਮਰ ਹੈ, ਮੈਂ ਸਮਝਦਾ ਹਾਂ ਕਿ ਤੋਮਰ ਸਾਹਿਬ ਦੀ ਵੀ ਬੜੀ ਭਾਰੀ ਨਲਾਇਕੀ ਹੈ ਕਿ ਜਿਸਲੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਸ਼ੁਰੂ ਹੋਈ ਸੀ ਤਾਂ ਉਹਦਾ ਫਰਜ਼ ਬਣਦਾ ਸੀ ਕਿ ਉਹ ਬਜਾਏ ਇਹਦੇ ਕਿ ਦਿੱਲੀ ਬੈਠ ਕੇ ਉਹਨਾਂ ਨਾਲ ਗੱਲਬਾਤ ਕਰੇ। ਉਹ ਚੰਡੀਗੜ੍ਹ ਕਿਉਂ ਨਹੀਂ ਆ ਸਕਿਆ, ਜਾਂ ਅੰਮ੍ਰਿਤਸਰ ਕਿਉਂ ਨਹੀਂ ਆਉਂਦਾ? ਸਵੇਰੇ ਆਓ, ਤੁਸੀਂ ਸ਼ਾਮੀ ਵਾਪਸ ਜਾ ਸਕਦੇ ਹੋ, ਜੇ ਸਾਰਾ ਦਿਨ ਨਹੀਂ ਟਿਕਣਾ ਤਾਂ ਗੱਲਬਾਤ ਚੰਡੀਗੜ੍ਹ ਆ ਕੇ ਕਰ ਲੈਂਦੇ। ਉੱਥੇ ਬੁਲਾ ਰਿਹਾ ਜੀ, ਉੱਥੇ ਜਿਹੜੇ ਪਹਿਲੀ ਵਾਰ ਬੁਲਾਇਆ ਤਾਂ ਕੋਈ ਮੰਤਰੀ ਨਹੀਂ ਆਦਰ, ਸਿਰਫ ਅਫਸਰ ਹੀ ਭੇਜ ਦਿੱਤੇ। ਤੇ ਇਹਦੇ ਨਾਲ ਜਿਹੜਾ ਮੈਂ ਸਮਝਦਾ ਹੈ ਕਿ ਸ਼ੁਰੂ ਤੋਂ ਹੀ ਜਿਹੜਾ ਨਾ ਨਾਨ ਸੀਰੀਅਸ ਟਾਈਪ ਜਿਹੜਾ ਐਟੀਟਿਊਡ ਹੈ, ਇਹ ਉਹੀ ਇਹਦੇ ਲਈ ਜ਼ਿੰਮੇਦਾਰ ਹੈਗਾ ਕਿ ਇੰਨੀ ਗੱਲ ਲੱਗ ਰਹੀ ਹੈ। ਔਰ ਇਹਦੇ ਨਾਲ ਜਿਹੜੀ ਧਾਲੀਵਾਲ ਸਾਹਿਬ ਨੇ ਗੱਲ ਕੀਤੀ ਹੈ, ਮੈਂ ਸਮਝਦਾ ਕਿ ਇਸ ਸਾਰੀ ਸਮੱਸਿਆ ਦਾ ਬੈਸਟ ਸੋਲੂਸ਼ਨ ਇਹੀ ਹੋਏਗਾ ਕਿ ਕਾਨੂੰਨ ਪਾਸ ਹੋ ਗਿਆ, ਠੀਕ ਹੈ, ਗੈਰ ਸੰਵਿਧਾਨਿਕ ਹੈ ਕਿ ਨਹੀਂ ਹੈ, ਇਹ ਮਾਮਲਾ ਤਾਂ ਹੁਣ ਮੇਰੇ ਖਿਆਲ ਕੋਰਟ ਦੇ ਵਿੱਚ, ਸੁਪਰੀਮ ਕੋਰਟ 'ਚ ਕਿਸੇ ਨੇ ਚੈਲੰਜ ਕਰ ਦਿੱਤਾ ਹੈ ਕਿ ਦੱਸੋ ਜੀ ਸੈਂਟਰ ਨੂੰ ਹੱਕ ਸੀ। ਬੈਸਟ ਹੈ ਕਿ ਅਗਰ ਇਹ ਕਾਨੂੰਨ ਪਾਸ ਹੋ ਗਿਆ ਤਾਂ ਇਹ ਸਟੇਟਾਂ ਨੂੰ ਅਧਿਕਾਰ ਦੇ ਦਿਓ, ਸਟੇਟਾਂ ਨੂੰ ਅਧਿਕਾਰ ਦੇ ਦਈਏ ਆਪਾਂ ਕਿ ਜਿਸ ਸਟੇਟ ਨੇ ਲਾਗੂ ਕਰਨਾ ਉਹ ਕਰੇ, ਜਿਹੜੇ ਨਹੀਂ ਕਰਨਾ ਉਹ ਨਾ ਕਰੇ। ਇਹਦੇ ਨਾਲ ਮੈਂ ਸਮਝਦਾ ਕਿ 90% ਜਿਹੜੀ ਪ੍ਰੋਬਲਮ ਹੈ ਹੱਲ ਹੋ ਸਕਦੀ ਹੈ। ਇਹ ਬੈਸਟ ਸੋਲੂਸ਼ਨ ਹੋਏਗਾ ਫॉर द ਟਾਈਮ ਬੀਇੰਗ। ਜਦ ਕਿ ਤੁਸੀਂ ਬਾਅਦ ਚ ਕਮੇਟੀ ਬਣਾ ਕੇ ਉਹਦੇ ਬਾਕੀ ਜਿਹੜੇ ਪੱਖ ਹੈਗੇ ਉਹ ਸਾਰੇ ਘੋਖ ਲਓ, ਉਸ ਤੋਂ ਬਾਅਦ ਫਾਈਨਲ ਫੈਸਲਾ ਕਰ ਲੈਣਾ। ਬਟ ਇਮੀਡੀਏਟਲੀ ਆਈ ਥਿੰਕ ਇਦਾਂ ਦਾ ਕਰਨਾ ਚਾਹੀਦਾ ਜੇ ਤੁਸੀਂ ਸਿਚੁਏਸ਼ਨ ਨੂੰ ਡਿਫਿਊਜ਼ ਕਰਨਾ ਹੈ। ਇਸ ਲਈ ਸਿਚੁਏਸ਼ਨ ਜਿਹੜੀ ਹੈ ਨਾ, ਬੜੇ ਇਹ ਫੈਸਲਾ ਕੋਈ ਮੋੜ ਤੇ ਹੈ, ਕਿਸੇ ਪਾਸੇ ਵੀ ਜਾ ਸਕਦੀ ਹੈ। ਔਰ ਸਰਕਾਰ ਨੂੰ ਜਿਹੜੀ ਹੈ ਇਹਦੇ ਵਿੱਚ ਆਪਣਾ ਜਿਹੜਾ ਵਿਜ਼ਡਮ ਦਿਖਾਉਂਦੇ ਹੋਏ ਇਹਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਲਕੁਲ। ਜਿਹੜਾ ਲਾਸਟ ਕਮੈਂਟ ਹਰਕਮਲ ਜੀ, ਇੱਕ ਜਿਹੜਾ ਸਵਾਲ ਆਪਾਂ ਨਹੀਂ ਲਿਆ, ਸਮਾਂ ਵੀ ਨਹੀਂ ਆ, ਉਹ ਇਹ ਵੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਹੈ ਉਹਨਾਂ ਨੂੰ ਵੀ ਆਪਣਾ ਸਿਰ ਜੋੜ ਕੇ ਇਸ ਮਸਲੇ ਦੇ ਉੱਤੇ ਸਹਿਮਤੀ ਬਣਾਉਣੀ ਚਾਹੀਦੀ ਹੈ। ਜੇ ਇੱਕ ਦੂਜੇ ਤੇ ਐਲੀਗੇਸ਼ਨ ਲਗਾ ਕੇ ਜਾਂ ਖਿੰਡ ਪੁੰਡ ਕੇ ਡੋਡੀ ਆਪਣੇ ਪ੍ਰੋਗਰਾਮ ਦੇਣਗੀਆਂ ਤਾਂ ਉਹ ਵੀ ਨੁਕਸਾਨ ਦੀ ਇੱਕ ਵਜ੍ਹਾ ਬਣ ਸਕਦੀ ਹੈ। ਦੇਖੋ ਜਗਤਾਰ ਜੀ, ਤੁਹਾਡੀ ਗੱਲ ਠੀਕ ਹੈ। ਸਾਡੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਗਿਣਤੀ ਪੰਜਾਬ ਦੇ ਜ਼ਿਲ੍ਹਿਆਂ ਨਾਲੋਂ ਜ਼ਿਆਦਾ ਹੈ। ਉਹਦੇ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ 'ਚ ਕਿਹੋ ਜਿਹੀ ਯੂਨਿਟੀ ਹੈਗੀ ਹੈ। ਕਿ ਤੁਸੀਂ ਸਮਝੋ ਕਿ ਬੜੀ ਚੰਗੀ ਗੱਲ ਹੈ ਕਿ ਪਿਛਲੇ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਉਦੋਂ ਦੇ ਉਹ ਇਕੱਠੇ ਹੋ ਕੇ ਬੈਠੇ ਹੋਏ ਨੇ। ਪਰ ਮੈਨੂੰ ਜਿਹੜੀ ਗੱਲ ਮੈਂ ਮਹਿਸੂਸ ਕਰਨਾ ਕਿ ਇਹ ਕਿਸਾਨ ਜਥੇਬੰਦੀਆਂ ਜਿੰਨੀਆਂ ਸਾਡੀਆਂ, ਇਹਨਾਂ ਦਾ ਵਿਚਾਰਿਆਂ ਦਾ ਆਪਣਾ ਜ਼ਿਲ੍ਹਾ ਪੱਧਰ ਤੇ ਅਧਿਕਾਰ ਖੇਤਰ ਹੈਗਾ ਜਾਂ ਆਧਾਰ ਹੈਗਾ। ਇਹ ਕਦੀ ਇਹਨਾਂ ਨੇ ਕੋਈ ਇਹੋ ਜਿਹੀ ਵੱਡੀ ਮੂਵਮੈਂਟ ਲੜੀ ਨਹੀਂ ਸੀ। ਇਹ ਪਹਿਲੀ ਵਾਰੀ ਇਹਨਾਂ ਨੂੰ ਇੱਕ ਇਹੋ ਜਿਹੀ ਵੱਡੀ ਮੂਵਮੈਂਟ ਲੜਨੀ ਪੈ ਰਹੀ ਹੈ। ਔਰ ਮੇਰੇ ਖਿਆਲ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਲਈ ਵੀ ਇੱਕ ਨਵਾਂ ਤਜਰਬਾ ਉਹਨਾਂ ਨੂੰ ਵੇਖਣ ਨੂੰ ਮਿਲ ਰਿਹਾ ਹੈਗਾ ਜੀ। ਸੋ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਇਸ ਅੰਦੋਲਨ ਚੋਂ ਜਿਸ ਢੰਗ ਦੇ ਨਾਲ ਇਹ ਆਲ ਇੰਡੀਆ ਅੰਦੋਲਨ ਬਣਦਾ ਜਾ ਰਿਹਾ ਹੈ, ਹੋ ਸਕਦਾ ਕਿ ਇਸ ਦੇਸ਼ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਇੱਕ ਚੰਗੀ ਮਜ਼ਬੂਤ ਕੌਮੀ ਪੱਧਰ ਦੀ ਕਿਸਾਨ ਜਥੇਬੰਦੀ ਵੀ ਮਿਲ ਜਾਏ ਜਾਂ ਉਹਦੀ ਕੋਈ ਰੂਪਰੇਖਾ ਵੀ ਬਣ ਜਾਏ ਇਸ ਅੰਦੋਲਨ ਚੋਂ, ਜਿਹੜੀ ਕੱਲ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਖੜੇ ਹੋ ਕੇ ਕੋਈ ਸਟੈਂਡ ਲੈ ਸਕੇ ਔਰ ਕਿਸਾਨਾਂ ਦੇ ਮੁੱਦਿਆਂ ਲਈ ਲੜਾਈ ਲੜ ਸਕੇ। ਜੀ ਮਿਹਰਬਾਨੀ ਹਰਕਮਲ ਜੀ, ਪ੍ਰਾਸ਼ਾ ਜੀ, ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਇਹਨਾਂ ਮੁੱਦਿਆਂ ਤੇ ਆਏ। ਔਰ ਦਰਸ਼ਕਾਂ ਦੇ ਲਈ ਸੁਨੇਹਾ, ਜਿੱਦਾਂ ਸਾਡੇ ਤਿੰਨੇ ਸੀਨੀਅਰ ਜਰਨਲਿਸਟਾਂ ਨੇ ਇਸ ਮੁੱਦੇ ਤੇ ਇੱਕ ਸਹਿਮਤੀ ਬਣਾਈ ਹੈ ਕਿ ਕੇਂਦਰ ਸਰਕਾਰ ਨੂੰ ਫੌਰੀ ਤੌਰ ਤੇ ਕਿਸਾਨ ਮਸਲੇ ਨੂੰ ਲਟਕਾਉਣ ਦੀ ਬਜਾਏ ਹੱਲ ਕਰਨ ਦੀ ਜ਼ਰੂਰਤ ਹੈ। ਜੇ ਇਹਨੂੰ ਆਪਾਂ ਲਟਕਾਵਾਂਗੇ ਤਾਂ ਸਿੱਟੇ ਹੋਰ ਖਤਰਨਾਕ ਨਿਕਲਣਗੇ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਤਿੰਨੇ
ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।